मेरे को 2-4 दिन पहला एक लड़की आई, यंग लड़की। उस लड़की ने अपनी बांह ਦੇ ਉੱਤੇ ਕੱਟਸ ਮਾਰੇ ਹੋਏ ਸੀ। ਜਿਹਨੂੰ ਡਿਪਰੈਸ਼ਨ ਹੈਗਾ ਹੈ, ਉਹ ਬੰਦੇ ਦੀ ਜਿਹੜੀ ਰੋਜ਼ ਦੀ ਦਿਨਚਰਿਆ ਹੈਗੀ ਹੈ, ਸਭ ਤੋਂ ਪਹਿਲਾਂ ਉਹਦੇ 'ਚ ਨੋਟਿਸੇਬਲ ਚੇਂਜਸ ਆਉਣ ਲੱਗ ਪਏ। ਨੋਟਿਸੇਬਲ ਚੇਂਜਸ ਇਨ ਦਾ ਸੈਂਸ ਕਿ ਜਿਸ ਤਰ੍ਹਾਂ ਸਮਝ ਲਓ ਕਿ ਉਹ ਬੰਦੇ ਨੂੰ ਨੀਂਦ ਔਰ ਉਸਦੇ ਜਾਗਣ ਦਾ ਜਿਹੜਾ ਟਾਈਮ ਹੈਗਾ, ਸੌਣ ਦਾ ਔਰ ਜਾਗਣ ਦਾ ਟਾਈਮ ਖਰਾਬ। ਖਾਣੇ ਦੀਆਂ ਹੈਬਿਟਸ ਜਿਹੜੀਆਂ ਨੇ ਉਹ ਚੇਂਜ ਹੋਣ ਲੱਗ ਪੈਂਦੀਆਂ। ਪੰਜਾਬ ਦੇ ਅੰਦਰ ਬੜੀ ਨਵੀਂ ਇਲੈਕਟਡ ਸਰਕਾਰ ਹੈਗੀ ਹੈ, ਇਹਨਾਂ ਤੇ ਬਰਡਨ ਵੀ ਬਹੁਤ ਹੈ ਚੇਂਜਸ ਲੈ ਕੇ ਆਉਣ ਦਾ, ਕਿਉਂਕਿ ਇਹ ਚੇਂਜ ਦੇ ਨਾਮ ਤੇ ਹੀ ਇਹ ਸਰਕਾਰ ਬਣੀ ਹੈ। ਮੈਂ ਮੰਨਤ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਸਾਡੇ ਆਲੇ ਦੁਆਲੇ ਕਿੰਨੇ ਲੋਕ ਤਣਾਅ 'ਚ ਨੇ, ਡਿਪਰੈਸ਼ਨ 'ਚ ਨੇ। ਵਰਲਡ ਹੈਪੀਨੈਸ ਇੰਡੈਕਸ ਨੇ ਵੀ ਭਾਰਤ ਨੂੰ 136ਵੇਂ ਨੰਬਰ ਤੇ ਰੱਖਿਆ ਹੈ। ਸਾਡੇ ਗੁਆਂਢੀ ਮੁਲਕ ਵੀ ਸਾਡੇ ਤੋਂ ਅੱਗੇ ਨੇ। ਆਖਿਰ ਇਸ ਦਾ ਕਾਰਨ ਕੀ ਹੈ? ਅੱਜ ਮੇਰੇ ਨਾਲ ਡਾਕਟਰ ਹਰਜੋਤ ਸਿੰਘ ਮੱਕੜ ਨੇ, ਜਿਹੜੇ ਅੰਮ੍ਰਿਤਸਰ ਦੇ ਜਾਣੇ ਮਾਣੇ ਨਿਊਰੋ ਸਾਈਕੈਟ੍ਰਿਸਟ ਨੇ, ਤੇ ਆਪਾਂ ਉਹਨਾਂ ਨਾਲ ਇਸ ਬਾਰੇ ਗੱਲ ਕਰਾਂਗੇ। ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਅੱਜ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਮੰਨਤ ਫॉर ਇਨਵਾਈਟਿੰਗ ਮੀ ਟੂ ਦਿਸ ਸੁਪਰ ਪ੍ਰੋਗਰਾਮ, ਜਿਹਦੇ ਅੰਦਰ ਆਪਾਂ ਅੱਜ ਡਿਪਰੈਸ਼ਨ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਵੀ ਆਰ ਆਨਰਡ ਸਰ। ਮੈਂ ਅੱਜ ਤੁਹਾਡੇ ਨਾਲ ਆਪਣੀ ਜਨਤਾ ਨੂੰ ਡਿਪਰੈਸ਼ਨ ਬਾਰੇ ਦੱਸਣਾ ਚਾਹਾਂਗੀ, ਤੇ ਮੈਂ ਸਭ ਤੋਂ ਪਹਿਲਾਂ ਇਹ ਪੁੱਛਾਂਗੀ ਕਿ ਡਿਪਰੈਸ਼ਨ ਹੁੰਦਾ ਕਿਵੇਂ ਹੈ, ਕੀ ਰੀਜ਼ਨ ਹੈ ਡਿਪਰੈਸ਼ਨ ਦਾ? ਤਾਂ ਮੰਨਤ ਜੀ, ਜਿਵੇਂ ਤੁਸੀਂ ਜਾਣਦੇ ਹੋ ਕਿ ਡਿਪਰੈਸ਼ਨ ਇੱਕ ਸਾਈਕੈਟ੍ਰਿਕ ਇਲਨੈਸ ਹੈ, ਜਿਹਦੇ ਅੰਦਰ ਜਿਹੜੇ ਕਾਜ਼ਸ ਨੇ ਉਹ ਬਹੁਪੱਖੀ ਹੋ ਸਕਦੇ ਨੇ, ਯਾਨੀ ਮਲਟੀਫੈਕਟੋਰੀਅਲ ਹੋ ਸਕਦੇ। ਸੋ ਮਲਟੀਫੈਕਟੋਰੀਅਲ ਕਾਜ਼ਸ ਦੇ ਅੰਦਰ ਸਭ ਤੋਂ ਪਹਿਲਾ ਜਿਹੜਾ ਕਾਜ਼ ਮੈਂ ਡਿਸਕਸ ਕਰਨਾ ਚਾਹੂੰਗਾ ਉਹ ਹੈਗਾ ਜੈਨੇਟਿਕ। ਜੈਨੇਟਿਕ ਮੀਨਸ ਕਿ ਜਿਹੜੇ ਕਿਸੇ ਦੀ ਫੈਮਿਲੀ ਦੇ ਅੰਦਰ ਡਿਪਰੈਸ਼ਨ ਰਹਿ ਰਿਹਾ ਕਿਸੇ ਨੂੰ, ਔਰ ਉਹ ਡਿਪਰੈਸ਼ਨ ਜਿਹੜਾ ਹੈਗਾ ਉਹ ਕੈਰੀ ਫਾਰਵਰਡ ਜੀਨਸ ਦੇ ਨਾਲ ਉਹਨਾਂ ਦੀ ਪ੍ਰੋਜਨੀ ਯਾਨੀ ਬੱਚਿਆਂ ਦੇ ਅੰਦਰ ਉਹ ਕੈਰੀ ਫਾਰਵਰਡ ਹੋ ਸਕਦਾ ਹੈਗਾ। ਦੂਸਰਾ ਜਿਹੜਾ ਇੰਪੋਰਟੈਂਟ ਕਾਜ਼ ਹੈਗਾ ਉਹ ਹੈਗਾ ਸਾਡੀ ਲਾਈਫ ਸਟਾਈਲ। ਸੋ ਲਾਈਫ ਸਟਾਈਲ ਜਿਸ ਤਰ੍ਹਾਂ ਦੀ ਚੇਂਜਸ ਆ ਰਹੇ ਨੇ ਔਰ ਉਹਦੇ ਨਾਲ ਜਿਹੜਾ ਸਟ੍ਰੈਸ ਐਡ ਆਨ ਹੋ ਰਿਹਾ ਹੈਗਾ, ਸੋ ਉਹਦੇ ਕਰਕੇ ਵੀ ਜਿਹੜਾ ਡਿਪਰੈਸ਼ਨ ਹੈਗਾ ਕਾਫੀ ਲੋਕਾਂ ਦੇ ਅੰਦਰ ਵੱਧ ਰਿਹਾ। ਥਰਡ ਹੈਗੀ ਹੈ ਜਿਹੜੀ ਸਾਡੀ ਸੋਸ਼ਲ ਚੇਂਜਸ ਆ ਰਹੇ ਨੇ। ਸੋਸ਼ਲ ਚੇਂਜਸ ਕਿਸ ਤਰ੍ਹਾਂ ਕਿ ਜਿਸ ਤਰ੍ਹਾਂ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜੇ ਸਾਡੀਆਂ ਫੈਮਿਲੀ ਸੀਗੀਆਂ ਉਹ ਸੀਗੀਆਂ ਜੁਆਇੰਟ ਫੈਮਿਲੀਜ਼। ਉਹਦੇ ਅੰਦਰ ਬਿਜ਼ਨਸ ਕਾਫੀ ਇਕੱਠੇ ਸੀਗੇ, ਜਾਂ ਉਹਦੇ ਅੰਦਰ ਇਹ ਸਮਝ ਲਓ ਕਿ ਜਿਵੇਂ ਫੈਮਿਲੀਜ਼ ਜਿਹੜੀਆਂ ਉਹ ਇਕੱਠੇ ਖਾਣਾ ਖਾਂਦੀਆਂ ਸੀਗੀਆਂ ਜਾਂ ਇਕੱਠੇ ਬੈਠਦੇ ਸੀਗੇ, ਜਾਂ ਸਮਝ ਲਓ ਕਿ ਫੈਮਿਲੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਅੰਦਰ ਬਫਰ ਸੀ। ਬਿਲਕੁਲ। ਇੱਕ ਦੂਜੇ ਦੀਆਂ ਪ੍ਰੋਬਲਮਸ ਨੂੰ ਡਿਸਕਸ ਕਰਨਾ ਜਾਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਸ਼ੇਅਰ ਕਰਕੇ ਉਹਨਾਂ ਦੇ ਨਾਲ ਇੱਕ ਦੂਸਰੇ ਦੇ ਨਾਲ ਵੰਡਣਾ ਉਸ ਪ੍ਰੋਬਲਮਸ ਨੂੰ। ਸੋ ਇਹ ਸਾਰੇ ਜਿਹੜੇ ਫੈਕਟਰਸ ਹੈਗੇ ਸੀਗੇ ਉਹ ਸਾਨੂੰ ਕਿਤੇ ਨਾ ਕਿਤੇ ਪ੍ਰੋਟੈਕਟ ਕਰਕੇ ਰੱਖਦੇ ਸੀਗੇ ਡਿਪਰੈਸ਼ਨ ਤੋਂ। ਸਮਝ ਲਓ ਕਿ ਇੱਕ ਫੈਮਿਲੀ ਦੇ ਅੰਦਰ ਕਿਸੇ ਨੂੰ ਫਾਈਨੈਂਸ਼ੀਅਲ ਲਾਸ ਹੁੰਦਾ ਹੈ ਤਾਂ ਦੂਸਰੇ ਉਹਨਾਂ ਦੇ ਜਿਹੜੇ ਬਾਕੀ ਫੈਮਿਲੀ ਮੈਂਬਰਸ ਹੈਗੇ ਸੀਗੇ ਉਹ ਉਸਨੂੰ ਕਵਰ ਕਰਨ 'ਚ ਹੈਲਪ ਕਰਦੇ ਸੀਗੇ ਜਾਂ ਚਿਪ ਇਨ ਕਰਦੇ ਸੀਗੇ। ਇਸੇ ਤਰ੍ਹਾਂ ਹੀ ਅਗਰ ਆਪਾਂ ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਹਦੇ ਅੰਦਰ ਜੇ ਕਿਸੇ ਫੈਮਿਲੀ ਫੰਕਸ਼ਨ ਵੀ ਹੈਗਾ ਤਾਂ ਸਾਰੇ ਜਣੇ ਉਹਦੇ ਕੰਟਰੀਬਿਊਟ ਕਰ ਰਹੇ ਹੁੰਦੇ ਸੀਗੇ। ਸੋ ਇਹ ਸਾਡੀ ਫੈਮਿਲੀਜ਼ ਦੀ ਟ੍ਰੈਡੀਸ਼ਨ ਬਣ ਗਈ ਸੀ। ਸੋ ਇਹਦੇ ਕਾਰਨ ਸਾਡੀ ਸਟ੍ਰੈਸਿਸ ਜਿਹੜੀਆਂ ਨੇ ਉਹ ਡਿਵਾਈਡ ਹੋ ਜਾਂਦੀਆਂ ਸੀ। ਫਿਰ ਸਾਡੇ ਹੁਣ ਜਿਹੜੇ ਟ੍ਰੈਂਡਸ ਚੇਂਜ ਹੋ ਰਹੇ ਨੇ, ਜਿਵੇਂ ਲੋਕ ਘੱਟ ਰਿਲੀਜੀਅਸ ਹੋ ਰਹੇ ਨੇ ਜਾਂ ਉਹਨਾਂ ਨੂੰ ਸਾਇੰਟੀਫਿਕ ਗਾਪ ਦੇ ਰਹੇ ਨੇ। ਸੋ ਅਗਰ ਅਸੀਂ ਪਹਿਲਾਂ ਬੱਚੇ ਜਿਹੜੇ ਹੈਗੇ ਨੇ, ਮੈਨੂੰ ਯਾਦ ਹੈ ਆਪਣਾ ਬਚਪਨ ਯਾਦ ਹੈ, ਸੋ ਮੇਰੇ ਗ੍ਰੈਂਡ ਪੇਰੈਂਟਸ ਮੈਨੂੰ ਗੁਰਦੁਆਰਾ ਸਾਹਿਬ ਲੈ ਜਾਂਦੇ ਸੀਗੇ, ਉੱਥੇ ਬਿਠਾ ਕੇ ਪਾਠ ਕਰਾਉਂਦੇ ਸੀਗੇ। ਸੋ ਉਹਦੇ ਨਾਲ ਵੀ ਜਿਹੜੇ ਸਟ੍ਰੈਸਿਸ ਹੈਗੇ ਨੇ, ਯਾਨੀ ਰਿਲੀਜੀਅਸ ਮਾਈਂਡਡ ਹੋਣ ਦੇ ਨਾਲ ਵੀ ਜਿਹੜੇ ਸਟ੍ਰੈਸਿਸ ਹੈਗੇ ਕਾਫੀ ਜ਼ਿਆਦਾ ਘੱਟ ਜਾਂਦੇ। ਸੋ ਇਹ ਜਿਹੜੇ ਚੇਂਜਸ ਸਾਡੇ ਸਮਾਜ ਦੇ ਅੰਦਰ ਜਿਹੜੇ ਸੋਸ਼ਲ ਲੈਵਲ 'ਤੇ ਆ ਰਹੇ ਨੇ ਜਾਂ ਕਲਚਰਲ ਲੈਵਲ 'ਤੇ ਆ ਰਹੇ ਨੇ, ਜਾਂ ਸਾਡੀ ਜਿਹੜੀ ਸੁਸਾਇਟੀ ਹੈ ਉਹ ਜ਼ਿਆਦਾ ਮਟੀਰੀਅਲਿਸਟਿਕ ਹੋ ਰਹੀ ਹੈਗੀ ਹੈ। ਸੋ ਇਹ ਸਾਰੇ ਕਾਰਨ ਜਿਹੜੇ ਹੈਗੇ ਆ ਡਿਪਰੈਸ਼ਨ ਨੂੰ ਜਾਂ ਐਂਗਜ਼ਾਇਟੀ ਨੂੰ ਕੰਟਰੀਬਿਊਟ ਕਰਦੇ ਨੇ। ਇਹਨਾਂ ਦੇ ਨਾਲ ਕੁਝ ਕਾਜ਼ਸ ਹੋਰ ਨੇ, ਜਿਵੇਂ ਲਾਈਫ ਸਟਾਈਲ ਚੇਂਜਸ ਮੈਂ ਤੁਹਾਨੂੰ ਦੱਸਿਆ ਹੈ। ਬਿਲਕੁਲ। ਉਹਦੇ ਅੰਦਰ ਸਾਡੀ ਡਾਇਬਟੀਜ਼ ਔਰ ਹਾਈਪਰਟੈਂਸ਼ਨ ਬਹੁਤ ਜ਼ਿਆਦਾ ਵੱਧ ਰਹੀ ਹੈ। ਸੋ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਹ ਜਿਹੜੀਆਂ ਬਿਮਾਰੀਆਂ ਨੇ, ਲਾਈਫ ਸਟਾਈਲ ਡਿਸਆਰਡਰਸ ਨੇ, ਇਹ ਵੀ ਕੰਟਰੀਬਿਊਟ ਕਰਦੇ ਨੇ ਡਿਪਰੈਸ਼ਨ ਨੂੰ। ਸੋ ਕੁਝ ਕਾਜ਼ਸ ਤਾਂ ਇਹ ਹੈਗੇ ਨੇ। ਬਾਕੀ ਕੁਝ ਕਾਜ਼ਸ ਇਸ ਤਰ੍ਹਾਂ ਹੈਗੇ ਨੇ ਕਿ ਜਿਵੇਂ ਸੁਸਾਈਡ ਰੇਟਸ ਬਹੁਤ ਵੱਧ ਰਹੇ ਨੇ, ਫਾਈਨੈਂਸ਼ੀਅਲ ਲਾਸਿਸ ਲੋਕਾਂ ਨੂੰ ਹੁੰਦੇ ਨੇ, ਜਿਵੇਂ ਫਾਰਮਰ ਸੁਸਾਈਡਸ ਹੈਗੇ ਨੇ ਜਾਂ ਫਾਰਮਰ ਡਿਪਰੈਸ਼ਨ ਹੈਗਾ। ਸੋ ਇਹਨਾਂ ਦੇ ਉੱਤੇ ਇੰਡੀਵਿਜੂਅਲ ਅਪਰੋਚਸ ਜਿਹੜੀਆਂ ਹੈਗੀਆਂ ਨੇ ਉਹ ਡੈਫੀਨੇਟਲੀ ਹੈਗੀਆਂ ਨੇ। ਫਿਰ ਇਕੋਨਮੀ ਦਾ ਜਿਹੜਾ ਹੈਗਾ, ਕੰਪੈਰੇਟਿਵ ਇਕੋਨਮੀ ਜਿਹੜੀ ਇੰਡੀਆ ਦੀ ਹੈ ਉਹ ਪਿਛੜ ਰਹੀ ਹੈ।
ਜੇ ਮੈਂ ਗੱਲ ਕਰਾਂ ਕਿ ਡਾਲਰ ਜਿਹੜਾ ਹੈਗਾ ਉਹ ਵਧੀ ਜਾ ਰਿਹਾ ਹੈ, ਸੋ ਕਿਤੇ ਨਾ ਕਿਤੇ ਇੰਡੀਆ ਦੀ ਇਕਨੋਮੀ ਜਿਹੜੀ ਹੈ ਉਹ ਪਿੱਛੇ ਚੱਲ ਰਹੀ ਹੈ। ਸੋ ਦੈਟ ਫਾਈਨੈਂਸ਼ੀਅਲ ਲਾਸ ਇਜ਼ ਆਲਸੋ ਵਨ ਆਫ ਦ ਕਾਜ਼ਸ। ਜਿਵੇਂ ਤੁਸੀਂ ਹੁਣੇ ਡਿਸਕਸ ਕੀਤਾ ਕਿ ਹੈਲਥ ਇੰਡੈਕਸ ਜਿਹੜਾ ਹੈਗਾ ਜਾਂ ਹੈਪੀਨੈਸ ਇੰਡੈਕਸ ਹੈਗਾ, ਉਹਦੇ ਉੱਤੇ ਅਸੀਂ 136ਵੇਂ ਨੰਬਰ ਤੇ ਹੈ। ਬਿਲਕੁਲ। ਸੋ ਇਹ ਕਾਫੀ ਸਾਡੇ ਵਾਸਤੇ ਅਲਾਰਮਿੰਗ ਹੋਣਾ ਚਾਹੀਦਾ, ਔਰ ਸਾਡੇ ਜਿਹੜੇ ਸਿਆਸਤਦਾਨ ਨੇ ਔਰ ਸਾਡੇ ਜਿਹੜੇ ਕੰਟਰੀ ਨੂੰ ਰਨ ਕਰਨ ਦੇ ਲਈ ਐਡਮਿਨਿਸਟ੍ਰੇਟਰਸ ਨੇ, ਉਹਨਾਂ ਨੂੰ ਇਸ ਚੀਜ਼ ਤੇ ਡੈਫੀਨੇਟਲੀ ਸੋਚਣਾ ਚਾਹੀਦਾ ਔਰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ। ਠੀਕ ਹੈ ਸਰ, ਜਿਵੇਂ ਤੁਸੀਂ ਦੱਸਿਆ ਸਾਨੂੰ ਕਿ ਜਿਵੇਂ ਲਾਈਫਸਟਾਈਲ ਚੇਂਜਸ ਵੀ ਤੁਸੀਂ ਸਾਨੂੰ ਦੱਸੇ ਨੇ, ਤੁਸੀਂ ਸਾਨੂੰ ਰੂਟੀਨ ਚੇਂਜਸ ਦੱਸੇ ਨੇ, ਤੇ ਜਿਹੜਾ ਮੈਨੂੰ ਲੱਗਦਾ ਕਿ ਜਿਵੇਂ ਸਾਡੀ ਜਨਰੇਸ਼ਨ 'ਚ ਖਾਣ ਪੀਣ 'ਚ ਵੀ ਬਹੁਤ ਫਰਕ ਆ ਗਿਆ। ਜਿਵੇਂ ਆਪਾਂ ਆਪਣੇ ਦਾਦੂ ਦਾਦੀ ਇਹਨਾਂ ਨੂੰ ਜੇ ਕੰਪੇਅਰ ਕਰੀਏ, ਤੇ ਤੁਹਾਨੂੰ ਲੱਗਦਾ ਉਹਦਾ ਵੀ ਡਿਪਰੈਸ਼ਨ ਨਾਲ ਕੋਈ ਲਿੰਕ ਹੈ? ਸਾਡੇ ਜਿਹੜਾ ਬਿਲਕੁਲ ਈਟਿੰਗ ਹੈਬਿਟਸ ਜਿਹੜੇ ਚੇਂਜ ਹੋ ਗਏ ਹੋਏ ਨੇ। ਡੈਫੀਨੇਟਲੀ ਤੁਸੀਂ ਇਹ ਦੇਖੋ, ਅਗਰ ਕਿ ਹੁਣ ਫਾਸਟ ਫੂਡ ਦਾ ਕਾਫੀ ਜ਼ਿਆਦਾ ਟ੍ਰੈਂਡ ਹੈ, ਔਰ ਇਨਫੈਕਟ ਜੇ ਕੋਈ ਮੇਰੇ ਕੋਲ ਪੁੱਛਦਾ ਹੈਗਾ ਕਿ ਸਾਨੂੰ ਜੀ ਕੋਈ ਡਿਪਰੈਸ਼ਨ ਦਾ ਪੇਸ਼ੈਂਟ ਜਾਂ ਐਂਗਜ਼ਾਈਟੀ ਦਾ ਪੇਸ਼ੈਂਟ ਮੇਰੇ ਕੋਲ ਆ ਰਿਹਾ, ਤੇ ਉਹ ਮੇਰੇ ਕੋਲ ਪੁੱਛਦਾ ਕਿ ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ। ਸੋ ਡੈਫੀਨੇਟਲੀ ਮੈਂ ਉਹਨਾਂ ਨੂੰ ਗਾਈਡ ਕਰਦਾ ਕਿ ਜਿਹੜੀਆਂ ਫਾਸਟ ਫੂਡ ਹੈਗੀਆਂ ਜਾਂ ਫੈਟੀ ਫੂਡ ਹੈਗਾ, ਇਹ ਸਾਰਾ ਜਿਹੜਾ ਹੈਗਾ ਉਹ ਇਗਨੋਰ ਜਾਂ ਉਹਨੂੰ ਛੱਡ ਦੇਣਾ ਚਾਹੀਦਾ ਹੈਗਾ। ਉਹਨੂੰ ਘੱਟੋ ਘੱਟ ਜੋ ਪੋਸੀਬਲ ਹੈਗਾ ਉਹ ਲੈਣਾ ਚਾਹੀਦਾ ਹੈਗਾ, ਜਾਂ ਫੈਟੀ ਫੂਡ ਹੈਗਾ ਉਹ ਘੱਟ ਕਰਨਾ ਚਾਹੀਦਾ ਹੈਗਾ। ਕਿਉਂਕਿ ਕੁਝ ਫੂਡਸ ਹੈਗੇ, ਫੋਰ ਐਗਜ਼ਾਮਪਲ ਐਲਕੋਹਲ ਹੈ, ਹੁਣ ਯੂਥ ਔਰ ਯੰਗਸਟਰਸ ਦੇ ਅੰਦਰ ਇਹਦਾ ਬੜਾ ਟ੍ਰੈਂਡ ਬਣ ਗਿਆ। ਲੋਕ ਬੀਅਰ ਲੈ ਲੈਂਦੇ ਨੇ, ਜਾਂ ਹੋਰ ਜਿਹੜੀਆਂ ਡਰੱਗਸ ਨੇ, ਜਾਂ ਐਕਸਟਸੀ ਹੈਗੀ ਹੈ, ਜਾਂ ਅਪਰਸ ਨੇ, ਜਾਂ ਐਮਫੈਟਾਮੀਨਸ ਹੈਗੀਆਂ ਨੇ। ਸੋ ਇਹ ਯੂਥ ਬਹੁਤ ਟਰਾਈ ਕਰਦਾ। ਸੋ ਇਹ ਡਿਪਰੈਸ਼ਨ ਤੇ ਐਂਗਜ਼ਾਇਟੀ ਨੂੰ ਬਹੁਤ ਕੰਟਰੀਬਿਊਟ ਕਰਦੇ ਨੇ। ਪੰਜਾਬ ਹੁਣ ਇਹੋ ਜਿਹਾ ਇੱਕ ਖੇਤਰ ਹੈ ਜਿਹੜਾ ਬਾਰਡਰ ਸਟੇਟ ਹੈ। ਸੋ ਬਾਰਡਰ ਸਟੇਟ ਹੋਣ ਕਰਕੇ ਨਸ਼ੇ ਜਿਹੜੇ ਹੈਗੇ ਨੇ ਉਹ ਵੀ ਕਾਫੀ ਜ਼ਿਆਦਾ ਕੰਟਰੀਬਿਊਟ ਕਰਦੇ ਨੇ ਇਹਨਾਂ ਚੀਜ਼ਾਂ। ਸੋ ਡੈਫੀਨੇਟਲੀ ਜੋ ਅਸੀਂ ਖਾਂਦੇ ਹਾਂ ਜਾਂ ਜਿਸ ਤਰ੍ਹਾਂ ਦੀ ਲਾਈਫ ਜੀਂਦੇ ਹਾਂ, ਉਹਦਾ ਬਹੁਤ ਵੱਡਾ ਇੱਕ ਰੋਲ ਹੈਗਾ ਡਿਪਰੈਸ਼ਨ ਨੂੰ ਕਾਜ਼ ਕਰਨ ਦੇ ਲਈ। ਸੋ ਇਹਨਾਂ ਚੀਜ਼ਾਂ ਦਾ ਵੀ ਧਿਆਨ ਜਿਹੜਾ ਹੈਗਾ ਸਾਨੂੰ ਰੱਖਣਾ ਚਾਹੀਦਾ। ਬਿਲਕੁਲ ਸਰ। ਤੇ ਜੇ ਮੰਨ ਲਓ ਸਾਡੇ ਕਿਸੇ ਆਪਣੇ ਬੰਦੇ ਨੂੰ ਡਿਪਰੈਸ਼ਨ ਹੈ, ਤੇ ਉਹਦੇ ਵਿੱਚ ਕੀ ਲੱਛਣ ਹੋਣਗੇ? ਮਤਲਬ ਆਪਾਂ ਡਾਇਗਨੋਸ ਕਿਵੇਂ ਕਰ ਸਕਦੇ ਹਾਂ ਉਹਦੇ ਘਰ ਦੇ ਮੈਂਬਰ ਹੁੰਦੇ ਹੋਏ? ਮਨਤ ਜੀ, ਦਿਸ ਇਜ਼ ਵਨ ਆਫ ਦ ਬੇਸਿਕ ਕੁਐਸਚਨਸ ਜਿਹੜੇ ਮੇਰੇ ਕੋਲ ਪੇਸ਼ੈਂਟਸ ਆ ਕੇ ਪੁੱਛਦੇ ਨੇ ਕਿ ਸਾਨੂੰ ਇਹ ਬਿਮਾਰੀ ਦਾ ਪਹਿਲਾਂ ਕਿਸ ਤਰ੍ਹਾਂ ਪਤਾ ਲੱਗੇ। ਸੋ ਇਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਉਹ ਇਹ ਹੈ ਕਿ ਜਿਹੜਾ ਬੰਦਾ ਜਿਹਨੂੰ ਡਿਪਰੈਸ਼ਨ ਹੈਗਾ ਹੈ, ਉਹ ਬੰਦੇ ਦੀ ਜਿਹੜੀ ਰੋਜ਼ ਦੀ ਦਿਨਚਰਿਆ ਹੈਗੀ ਹੈ, ਸਭ ਤੋਂ ਪਹਿਲਾਂ ਉਹਦੇ 'ਚ ਨੋਟਿਸੇਬਲ ਚੇਂਜਸ ਆਉਣ ਲੱਗ ਪੈਂਦੇ। ਨੋਟਿਸੇਬਲ ਚੇਂਜਸ ਇਨ ਦਾ ਸੈਂਸ ਕਿ ਜਿਸ ਤਰ੍ਹਾਂ ਸਮਝ ਲਓ ਕਿ ਉਹ ਬੰਦੇ ਨੂੰ ਨੀਂਦ ਔਰ ਉਸਦੇ ਜਾਗਣ ਦਾ ਜਿਹੜਾ ਟਾਈਮ ਹੈਗਾ, ਸੌਣ ਦਾ ਔਰ ਜਾਗਣ ਦਾ ਟਾਈਮ ਖਰਾਬ ਹੁੰਦਾ। ਖਾਣੇ ਦੀਆਂ ਹੈਬਿਟਸ ਜਿਹੜੀਆਂ ਨੇ ਉਹ ਚੇਂਜ ਹੋਣ ਲੱਗ ਪੈਂਦੀਆਂ। ਜਿਹੜੀਆਂ ਚੀਜ਼ਾਂ ਬੰਦੇ ਨੂੰ ਪਹਿਲਾਂ ਚੰਗੀਆਂ ਲੱਗਦੀਆਂ ਸੀ, ਫੋਰ ਐਗਜ਼ਾਮਪਲ ਕਿਸੇ ਨਾਲ ਬੈਠ ਕੇ ਗੱਲਾਂ ਕਰਨਾ, ਟਾਈਮ ਸਪੈਂਡ ਕਰਨਾ, ਜਾਂ ਸਮਝ ਲਓ ਕਿ ਟੀਵੀ ਦੇਖਣਾ, ਜਾਂ ਰਿਸ਼ਤੇਦਾਰਾਂ ਵੱਲ ਫੰਕਸ਼ਨਸ 'ਤੇ ਜਾਣਾ, ਇਹ ਚੀਜ਼ਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਸੀ, ਸਾਨੂੰ ਸਾਰਿਆਂ ਨੂੰ ਚੰਗੀਆਂ ਲੱਗਦੀਆਂ ਨੇ। ਪਰ ਜਦੋਂ ਇਹ ਚੀਜ਼ ਹੁੰਦੀ ਹੈ, ਜਦੋਂ ਇਹ ਬਿਮਾਰੀ ਹੁੰਦੀ ਹੈ, ਤਾਂ ਪੇਸ਼ੈਂਟ ਜਿਹੜਾ ਹੈਗਾ ਉਹ ਇਹਨਾਂ ਚੀਜ਼ਾਂ ਤੋਂ ਪਿੱਛੇ ਹੋ ਜਾਂਦਾ। ਯਾਨੀ ਕਿ ਉਹ ਘਰ 'ਚ ਰਹਿਣਾ ਚਾਹੁੰਦਾ ਹੈ, ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਜੇ ਟੀਵੀ ਲਗਾ ਦਿਓ ਤਾਂ ਕਈ ਵਾਰੀ ਕਹਿ ਦਿੰਦੇ ਜੀ ਅਸੀਂ ਟੀਵੀ ਨਹੀਂ ਦੇਖਣਾ ਚਾਹੁੰਦੇ, ਜੀ ਅਸੀਂ ਆਪਣੇ ਰੂਮ 'ਚ ਇਕੱਲੇ ਰਹਿਣਾ ਚਾਹੁੰਦੇ ਹਾਂ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇਹ ਲੱਛਣ ਜਿਹੜੇ ਹੈਗੇ ਨੇ, ਇਹ ਸਾਨੂੰ ਦੱਸਦੇ ਨੇ। ਜਾਂ ਗੱਲਾਂ ਨੈਗੇਟਿਵ ਕਰਨੀਆਂ ਕਿ ਜੀ ਪਤਾ ਨਹੀਂ ਆਉਣ ਵਾਲੇ ਟਾਈਮ 'ਚ ਕੀ ਹੋਣ ਵਾਲਾ ਹੈ, ਕੀ ਖਰਾਬੀ ਸਾਡੀ ਲਾਈਫ 'ਚ ਆ ਜਾਏਗੀ ਜੀ, ਸਾਰਾ ਕੁਝ ਹੀ ਮਾੜਾ ਹੋਣ ਵਾਲਾ ਹੈ ਜੀ। ਸੋ ਨੈਗੇਟਿਵ ਥਾਟ ਪ੍ਰੋਸੈਸ, ਯਾਨੀ ਕਿ ਉਹਨਾਂ ਦੀ ਜੋ ਗੱਲਬਾਤ ਕਰ ਰਹੇ ਹੈਗੇ ਨੇ ਉਹਦੇ ਤੋਂ ਸਾਨੂੰ ਪਤਾ ਲੱਗਦਾ ਹੈ। ਸੋ ਇਹ ਸਾਰੇ ਸਿੰਪਟਮਸ ਹੈਗੇ ਨੇ, ਜਾਂ ਮਰਨ ਦੀਆਂ ਗੱਲਾਂ ਕਰਨੀਆਂ। ਸੋ ਇਹ ਸਾਰੇ ਸਿੰਪਟਮਸ ਨੇ ਜਿਹੜੇ ਸਾਨੂੰ ਦੱਸਦੇ ਨੇ ਕਿ ਮਰੀਜ਼ ਜਿਹੜਾ ਹੈਗਾ ਉਸ ਨੂੰ ਡਿਪਰੈਸ਼ਨ ਜਿਹੜਾ ਸਟਾਰਟ ਹੋ ਗਿਆ। ਸੋ ਇਹਦਾ ਇਲਾਜ ਜਿਹੜਾ ਹੈ, ਇਨੀਸ਼ੀਅਲੀ ਇਹਨੂੰ ਆਈਡੈਂਟੀਫਾਈ ਕਰਕੇ ਇਹਦਾ ਪਹਿਲਾਂ ਤੇ ਆਪਾਂ ਘਰ ਹੀ ਟਰਾਈ ਕਰਾਂਗੇ ਕਿ ਥੋੜ੍ਹਾ ਬਹੁਤਾ ਟ੍ਰੀਟਮੈਂਟ ਇਹਨਾਂ ਦਾ ਘਰ ਹੋ ਜਾਏ, ਜਾਂ ਜਿਹੜੇ ਫੈਕਟਰਸ ਰਿਸਪੌਂਸਿਬਲ ਨੇ ਡਿਪਰੈਸ਼ਨ ਕਾਜ਼ ਕਰਨ ਦੇ ਲਈ, ਉਹਨਾਂ ਨੂੰ ਟ੍ਰੀਟ ਕੀਤਾ ਜਾ ਸਕੇ। ਜੇ ਉਸ ਤੋਂ ਬਿਯੋਂਡ ਕੁਝ 2 ਹਫ਼ਤਿਆਂ ਤੋਂ ਬਿਯੋਂਡ ਇਹ ਚੀਜ਼ ਕੰਟੀਨਿਊ ਰਹਿੰਦੀ ਹੈ, ਫਿਰ ਕਿਸੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ। ਬਿਲਕੁਲ। ਤੇ ਜਿਵੇਂ ਸਰ ਮੈਂ ਹੁਣ ਇੱਕ ਚੀਜ਼ ਨੋਟਿਸ ਕੀਤੀ ਹੈ, ਜਿਹੜੇ ਮੇਰੇ ਤੋਂ ਹੁਣ ਛੋਟੀ ਜਨਰੇਸ਼ਨ ਹੈ, ਉਹਨਾਂ 'ਚ ਮੈਂ ਵੇਖਿਆ ਕਿ ਜਿਵੇਂ ਐਕਸਪੋਜ਼ਰ ਵੱਧ ਹੋਣ ਕਰਕੇ ਤੁਸੀਂ ਕਹਿ ਲਓ, ਪਰ ਤੁਹਾਨੂੰ ਲੱਗਦਾ ਕਿ ਜਿਵੇਂ ਡਿਪਰੈਸ਼ਨ ਦਾ ਵਰਡ ਉਹਨਾਂ ਜਨਰੇਸ਼ਨ 'ਚ ਮਿਸਯੂਜ਼ ਹੋ ਰਿਹਾ, ਤੇ ਜਿਹੜੇ ਐਕਚੁਅਲੀ 'ਚ ਨੇ ਇਹਦੇ ਪੇਸ਼ੈਂਟ, ਉਹ ਕਿਤੇ ਨਾ ਕਿਤੇ ਇਗਨੋਰ ਹੋ ਰਹੇ ਨੇ। ਤੁਹਾਨੂੰ ਲੱਗਦਾ ਉਹਦੇ ਤੇ ਕੁਝ?
ਮੈਂ ਇਹਦੇ 'ਚ ਦੁਬਾਰਾ ਤੁਹਾਨੂੰ ਸਾਰੇ ਲੱਛਣ ਦਾ ਦੱਸਣਾ ਚਾਹੁੰਦਾ ਕਿ ਜਿਹੜੇ ਤੇ ਮੰਨ ਲਓ ਯੰਗ ਜਨਰੇਸ਼ਨ ਦੇ ਅੰਦਰ ਹੁਣ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਜੀ ਮੈਂ ਬਹੁਤ ਡਿਪਰੈਸਡ ਹਾਂ ਜਾਂ ਮੇਰਾ ਮਨ ਨਹੀਂ ਕਰ ਰਿਹਾ ਕੁਛ ਕਰਨ ਦਾ ਜਾਂ 2-4 ਦਿਨ ਮੇਰਾ ਮਨ ਨਹੀਂ ਹੈ ਕਿਤੇ ਆਉਣ ਜਾਣ ਦਾ, ਦਿਸ ਇਜ਼ ਨਾਟ ਡਿਪਰੈਸ਼ਨ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਇਹਦਾ ਟਾਈਮ ਕ੍ਰਾਈਟੇਰੀਆ ਹੁੰਦਾ ਹੈ, ਉਹ 2 ਹਫ਼ਤੇ ਦਾ ਟਾਈਮ ਕ੍ਰਾਈਟੇਰੀਆ ਹੈ। 2 ਹਫ਼ਤੇ ਤੱਕ ਅਗਰ ਮਰੀਜ਼ ਨੂੰ ਇਹ ਸਿੰਪਟਮਸ ਤੋਂ ਰਿਲੀਫ ਨਹੀਂ ਮਿਲਦਾ, ਓਨਲੀ ਦੈਨ ਵੀ ਆਰ ਗੋਇੰਗ ਟੂ ਕਲਾਸੀਫਾਈ ਇਟ ਇਨਟੂ ਕਲੀਨਿਕਲ ਡਿਪਰੈਸ਼ਨ। ਅਗਰ 2 ਹਫ਼ਤੇ ਤੋਂ ਪਹਿਲਾਂ ਕਿਸੇ ਨੂੰ ਬਹੁਤ ਜ਼ਿਆਦਾ ਹੋ ਜਾਏ, ਇੰਨਾ ਹੋ ਜਾਏ ਕਿ ਉਹ ਸੁਸਾਈਡੈਲਿਟੀ ਵੱਲ ਤੁਰ ਪਵੇ ਜਾਂ ਮਰਨ ਦੇ ਵਿਚਾਰ ਇਤਨੇ ਜ਼ਿਆਦਾ ਆ ਜਾਣ, ਫਿਰ ਕੁਝ ਸਰਟਨ ਸਰਕਮਸਟੈਂਸਿਸ ਦੇ ਅੰਦਰ ਹੀ ਅਸੀਂ ਉਹਨੂੰ ਕਲੀਨਿਕਲ ਡਿਪਰੈਸ਼ਨ ਕਹਿੰਦੇ ਹਾਂ। ਹਰ ਮਨ ਦੀ ਉਦਾਸੀ ਕਲੀਨਿਕਲ ਡਿਪਰੈਸ਼ਨ ਨਹੀਂ ਹੈ। ਐਗਜ਼ਾਮ ਇੱਕ ਛੋਟਾ ਜਿਹਾ ਕੋਈ ਤੁਹਾਡਾ ਕਲਾਸ ਦਾ ਐਗਜ਼ਾਮ ਟੈਸਟ ਹੈਗਾ ਸੀਗਾ, ਤੁਸੀਂ ਉਹਦੇ 'ਚ ਅੱਛਾ ਸਕੋਰ ਨਹੀਂ ਕਰ ਪਾਏ ਔਰ ਤੁਸੀਂ ਉਦਾਸ 2-4 ਦਿਨਾਂ ਲਈ ਹੋ ਜਾਂਦੇ ਹੋ, ਦੈਟ ਇਜ਼ ਨਾਟ ਕਲੀਨਿਕਲ ਡਿਪਰੈਸ਼ਨ। ਹਾਂ, ਕਈ ਲੋਕਾਂ ਨੂੰ ਉਹਦੇ ਅੰਦਰ ਕਾਉਂਸਲਿੰਗ ਦੀ ਲੋੜ ਪੈ ਸਕਦੀ ਹੈ, ਬਟ ਦੈਟ ਇਜ਼ ਨਾਟ ਕਲੀਨਿਕਲ ਡਿਪਰੈਸ਼ਨ। ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਇੱਕ ਮੇਰੇ ਕੋਲ 2-4 ਦਿਨ ਪਹਿਲਾਂ ਇੱਕ ਲੜਕੀ ਆਈ, ਯੰਗ ਲੜਕੀ। ਉਸ ਲੜਕੀ ਨੇ ਆਪਣੀ ਬਾਂਹ ਦੇ ਉੱਤੇ ਕੱਟਸ ਮਾਰੇ ਹੋਏ ਸੀ ਔਰ ਕਾਫੀ ਬੁਰੀ ਤਰ੍ਹਾਂ ਉਹਨੇ ਆਪਣੀ ਬਾਂਹ ਨੂੰ ਜ਼ਖਮੀ ਕੀਤਾ ਹੋਇਆ ਸੀ। ਔਰ ਅਗਰ ਉਹਦੇ ਮੈਂ ਫੈਮਿਲੀ ਨਾਲ ਗੱਲ ਕੀਤੀ ਤੇ ਕੁਝ ਲੱਛਣ ਉਹਦੇ ਜਿਹੜੇ ਹੈਗੇ ਨੇ ਕੁਝ ਦਿਨਾਂ ਤੋਂ ਜਾਂ ਵੀਕਸ ਤੋਂ ਉਹਨੂੰ ਆ ਰਹੇ ਸੀਗੇ। ਸੋ ਉਹਨਾਂ ਨੂੰ ਕੋਸ਼ਿਸ਼ ਉਹਨਾਂ ਨੇ ਕੀਤੀ, ਟਰਾਈ ਕੀਤਾ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਬੱਚੇ ਨੂੰ ਡਾਇਵਰਟ ਕਰੀਏ ਜਾਂ ਉਹਦਾ ਰਿਜ਼ਲਟ ਜਿਹੜਾ ਅੱਛਾ ਨਹੀਂ ਸੀ ਆਇਆ ਐਗਜ਼ਾਮਸ ਦਾ, ਸੋ ਉਹਦੇ ਕਰਕੇ ਉਹ ਬੱਚੀ ਡਿਪਰੈਸ ਚੱਲ ਰਹੀ ਸੀ। ਫਿਰ ਇੱਕ ਦਿਨ ਬਿਲਕੁਲ ਹੀ ਫਰਸਟਰੇਟ ਜਿਸ ਦਿਨ ਉਹ ਬੱਚੀ ਹੋਈ, ਉਹਨੇ ਆਪਣੇ ਆਪ ਨੂੰ ਕੱਟ ਕਰ ਲਿਆ। ਸੋ ਜਿਸ ਦਿਨ ਮੇਰੇ ਕੋਲ ਆਏ ਨੇ ਉਹ ਕੱਟ ਫਰੈਸ਼ ਕੱਟਸ ਦੇ ਨਾਲ ਮੇਰੇ ਕੋਲ ਆਏ। ਸੋ ਦੈਟ ਅਗਰ ਈਵਨ ਇਫ that is not included in the 2-week period, ਤਾਂ those cuts ਜਿਹੜੇ ਹੈਗੇ ਨੇ because of the severity of the illness we will include it into severe depression। but ਇਹਦੇ ਬਨਿਸਬਤ ਜੇ ਕਿਸੇ ਨੂੰ ਇੱਕ ਅੱਧਾ ਦਿਨ ਮਨ ਨਹੀਂ ਕਰ ਰਿਹਾ ਖਾਣਾ ਖਾਣ ਦਾ, ਮਨ ਨਹੀਂ ਕਰ ਰਿਹਾ ਟੀਵੀ ਦੇਖਣ ਦਾ, ਜਾਂ ਇੱਕ ਅੱਧਾ ਦਿਨ ਕਿਸੇ ਨੂੰ ਐਂਜ਼ਾਈਟੀ ਰਹੀ ਹੈ, that is not classified as an anxiety disorder or depressive disorder। ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਡਿਫਰੈਂਸ਼ੀਏਟ ਕਰਨਾ ਸਮਝਣਾ ਚਾਹੀਦਾ ਔਰ ਜਿਹੜਾ ਕਲੀਨਿਕਲ ਡਿਪਰੈਸ਼ਨ ਹੈ ਉਸ ਦਾ ਟ੍ਰੀਟਮੈਂਟ ਕਿਸੇ ਮਾਹਿਰ ਡਾਕਟਰ ਕੋਲੋਂ ਕਰਾਉਣਾ ਚਾਹੀਦਾ। ਬਿਲਕੁਲ ਬਿਲਕੁਲ ਕਰੈਕਟ ਕਿਹਾ ਤੁਸੀਂ ਸਰ। ਤੇ ਸਰ ਮੈਂ ਇੱਕ ਗੱਲ ਇਹ ਪੁੱਛਣੀ ਸੀ ਕਿ ਜਿਵੇਂ ਤੁਸੀਂ ਮੇਰੇ ਨਾਲ ਡਿਸਕਸ ਕੀਤਾ ਹੈ, ਮੈਨੂੰ ਲੱਗਦਾ ਕਿ ਜਿਵੇਂ ਹਜੇ ਵੀ ਲੋਕੀ ਅਵੇਅਰ ਨਹੀਂ ਹੈ ਇਸ ਬਾਰੇ, ਕਾਫੀਆਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਡਿਪਰੈਸ਼ਨ ਚੋਂ ਗੁਜ਼ਰ ਰਹੇ ਨੇ ਜਾਂ ਉਹਨਾਂ ਦੇ ਘਰਦਿਆਂ ਨੂੰ ਨਹੀਂ ਪਤਾ ਹੁੰਦਾ। ਤੇ ਮਤਲਬ ਤੁਹਾਨੂੰ ਕੀ ਲੱਗਦਾ ਉਹਦਾ ਰੀਜ਼ਨ ਕੀ ਹੋ ਸਕਦਾ ਹੈ? ਸਭ ਤੋਂ ਪਹਿਲਾਂ ਅਗਰ ਆਪਾਂ ਇੰਡੀਆ ਦੀ ਜਾਂ ਪੰਜਾਬ ਦੀ ਗੱਲ ਕਰੀਏ ਤੇ ਇੱਕ ਜਿਹੜੀ ਰੀਸੈਂਟ ICMR ਦੀ ਸਟੱਡੀ ਹੈਗੀ ਹੈ, ਅਗਰ ਅਸੀਂ ਉਹਦੇ ਚੋਂ ਗੋ ਥਰੂ ਹੋਵਾਂਗੇ ਤੇ ਉਹਦੇ 'ਚ ਸਾਨੂੰ ਆਈਡੀਆ ਆਏਗਾ ਕਿ ਜਿਹੜੀ ਤੁਹਾਡੀ ਪਰਸੈਂਟੇਜ ਆਫ ਇਲਨੈਸ ਜਾਂ ਇਨਸੀਡੈਂਸ ਜਿਹਨੂੰ ਕਹਿ ਦਿੰਦੇ ਹੈਗੇ ਆ, ਇਨਸੀਡੈਂਸ ਆਫ ਸਾਈਕੈਟ੍ਰਿਕ ਡਿਸਆਰਡਰਸ is something like 10% in the whole population। ਸੋ ਅਗਰ ਟੋਟਲ ਪੋਪੂਲੇਸ਼ਨ ਇੰਡੀਆ ਦੀ 130 ਕਰੋੜ ਹੈ, ਉਹਦੇ ਵਿੱਚੋਂ ਅਗਰ ਮੈਂ ਇੱਕ ਮੋਡੈਸਟ ਫਿਗਰ ਲਗਾਵਾਂ ਕਿ 10% ਉਹਦੇ ਵਿੱਚੋਂ ਸਾਈਕੈਟ੍ਰਿਕ ਡਿਸਆਰਡਰਸ ਲੋਕਾਂ ਨੂੰ ਹੈਗੇ ਨੇ, ਤਾਂ ਉਹਦੇ ਅੰਦਰ ਕਰੀਬਨ ਇਹ 13 ਕਰੋੜ ਲੋਕਾਂ ਦੀ ਫਿਗਰ ਬਣਦੀ। ਹੁਣ ਇਹਦੇ ਚੋਂ ਕੁਝ ਮਾਈਲਡ ਡਿਪਰੈਸ਼ਨ ਦੇ ਕੇਸਿਸ ਹੋਣਗੇ, ਮਾਈਲਡ ਸਾਈਕੋਟਿਕ ਇਲਨੈਸ ਹੋਣਗੀਆਂ ਜਾਂ ਮਾਈਲਡ ਇਲਨੈਸਿਸ ਹੋਣਗੀਆਂ, ਜਿਸ ਤਰ੍ਹਾਂ ਬੱਚਿਆਂ ਦੇ ਅੰਦਰ ਵੀ ਬਹੁਤ ਕਾਮਨ ਹੋ ਰਿਹਾ। ਔਰ ਇਹ ਇੰਨੀ ਵੱਡੀ ਫਿਗਰ ਆ ਕਿ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਪੈਣਾ। ਕੈਂਸਰ ਤੋਂ ਬਾਅਦ ਹੋਣ ਵਾਲੀ ਇਹ ਸੈਕਿੰਡ ਵੱਡੀ ਇਲਨੈਸ ਹੋਏਗੀ ਜਿਹਦੇ ਨਾਲ ਕਿ ਮੋਰਬਿਡਿਟੀ ਜਾਂ ਮੋਰਟੈਲਿਟੀ ਜਿਹੜੀ ਹੈ ਲੋਕਾਂ ਦੀ ਹੋ ਰਹੀ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਪੂਰੇ ਦਿਨ ਦੇ ਅੰਦਰ 413 ਲੋਕ ਸੁਸਾਈਡ ਕਰ ਰਹੇ ਨੇ ਇੰਡੀਆ ਦੇ ਅੰਦਰ। 1.5 ਲੱਖ ਦੇ ਕਰੀਬ ਲਾਸਟ ਈਅਰ 2021 ਦੇ ਅੰਦਰ 1.5 ਲੱਖ ਦੇ ਕਰੀਬ ਲੋਕਾਂ ਨੇ ਸੁਸਾਈਡ ਕੀਤਾ, ਜਿਹੜੇ ਰਿਪੋਰਟਡ ਸੁਸਾਈਡਸ ਨੇ। ਔਰ ਇਸ ਤੋਂ ਕਿਤੇ ਜ਼ਿਆਦਾ ਫਿਗਰ ਹੋ ਸਕਦਾ ਹੋਏਗੀ ਜਿਹੜੇ ਲੋਕ ਅੰਡਰ ਰਿਪੋਰਟਿੰਗ ਹੋਈ ਹੈ ਜਾਂ ਜਿਹੜੇ ਗਵਰਨਮੈਂਟ ਫਿਗਰਸ ਦੇ ਅੰਦਰ ਨਹੀਂ ਹੈ। ਸੋ ਇਸੇ ਤੋਂ ਹੀ ਸਾਨੂੰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਕੁ ਕੁਆਂਟਮ ਆਫ ਇਲਨੈਸ ਇੰਡੀਆ ਦੇ ਅੰਦਰ ਜਾਂ ਪੰਜਾਬ ਦੇ ਅੰਦਰ, ਸਾਡੇ ਖੇਤਰ ਦੇ ਅੰਦਰ ਇਹਨਾਂ ਬਿਮਾਰੀਆਂ ਦਾ ਜਿਹੜਾ ਹੈ ਉਹ ਮੌਜੂਦ ਹੈ। ਇਸ ਦੇ ਨਾਲ ਨਾਲ ਦੂਸਰੀ ਅੰਕੜਿਆਂ ਤੇ ਵੀ ਲੈ ਕੇ ਜਾਣਾ ਚਾਹੂੰਗਾ। ਦੂਸਰੇ ਅੰਕੜੇ ਹੈਗੇ ਜੇ ਨਸ਼ੇ ਦੇ ਬਾਰੇ ਅੰਕੜੇ, ਔਰ ਇਹ ਡਾਇਰੈਕਟਲੀ ਇਨਡਾਇਰੈਕਟਲੀ ਕੰਟਰੀਬਿਊਟ ਕਰਦੇ ਨੇ
ਜਿਹੜੇ ਲੋਕ ਡਿਪਰੈਸਡ ਹੈਗੇ ਆ ਉਹਨਾਂ ਦੇ ਅੰਦਰ, ਜਾਂ ਇਹਨਾਂ ਦੀ ਫੈਮਲੀਜ਼ ਦੇ ਅੰਦਰ ਡਿਪਰੈਸ਼ਨ ਕਾਜ਼ ਕਰਨ ਦੇ ਲਈ। ਪੰਜਾਬ ਦੇ ਅੰਦਰ ਇਸ ਟਾਈਮ ਤੇ 6,14,000 ਲੋਕ ਹੈਗੇ ਆ ਜਿਹੜੇ ਓਪੀਏਟ ਐਡਿਕਸ਼ਨ ਯਾਨੀ ਓਪੀਓਇਡਸ ਯਾਨੀ ਕਿ ਹੈਰੋਇਨ, ਟਰਾਮਾਡੋਲ ਜਾਂ ਇਹਦੇ ਨਾਲ ਦੇ ਭੁੱਕੀ, ਅਫੀਮ, ਇਹ ਵਾਲੇ ਓਪੀਓਇਡਸ ਦੇ ਯੂਜ਼ਰਸ ਹੈਗੇ ਨੇ, ਉਹ 6,14,000 ਗਵਰਨਮੈਂਟ ਪੋਰਟਲ ਦੇ ਉੱਤੇ ਰਜਿਸਟਰਡ ਹੈਗੇ। ਸੋ ਇਹਨਾਂ ਦੀਆਂ ਜਿਹੜੀਆਂ ਫੈਮਲੀਆਂ ਉਹਨਾਂ ਦੀ ਕੈਫੀਅਤ ਅਗਰ ਆਪਾਂ ਜਾਣਨ ਦੀ ਕੋਸ਼ਿਸ਼ ਕਰੀਏ, ਜਿਨ੍ਹਾਂ ਦੇ ਫੈਮਲੀ ਦੇ ਅੰਦਰ ਇੱਕ ਬੰਦਾ ਨਸ਼ਾ ਕਰ ਰਿਹਾ ਜਾਂ ਐਡਿਕਸ਼ਨ ਕਰ ਰਿਹਾ ਹੈਗਾ, ਤੁਸੀਂ ਉਸ ਦੀ ਫੈਮਲੀ ਨੂੰ ਕਿੰਨਾ ਫਾਈਨੈਂਸ਼ੀਅਲ ਲਾਸ ਹੋ ਰਿਹਾ ਹੈ, ਕਿੰਨਾ ਲਾਸ ਆਫ ਹੈਲਥ ਹੋ ਰਿਹਾ ਇਸ ਬੰਦੇ ਨੂੰ, ਇਸ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਸੋ ਇਹ ਫਿਗਰਸ ਨੇ, ਜੇ ਅਸੀਂ ਇਹਨਾਂ ਤੋਂ ਭੱਜਣਾ ਹੈ, ਅੱਖਾਂ ਬੰਦ ਕਰਨੀਆਂ ਨੇ, ਤੇ ਇਹਨਾਂ ਫੈਕਟਸ ਐਂਡ ਫਿਗਰਸ ਨੇ ਕਦੀ ਇੰਪਰੂਵ ਨਹੀਂ ਹੋਣਾ। ਸਟਿਗਮਾ ਸਾਈਕੈਟ੍ਰਿਕ ਇਲਨੈਸਿਸ ਨੂੰ ਲੈ ਕੇ ਬਹੁਤ ਜ਼ਿਆਦਾ ਹੈ। ਲੋਕ ਡਾਕਟਰ ਕੋਲ ਜਾਣਾ ਪਸੰਦ ਨਹੀਂ ਕਰਦੇ, ਰਾਦਰ ਬਾਬਿਆਂ ਕੋਲੇ ਝਾੜੇ ਫੂਕੇ ਕਰਾਉਂਦੇ। ਤੁਸੀਂ ਵੀਰਵਾਰ ਨੂੰ ਦੇਖ ਲਓ, ਝਾੜੇ ਫੂਕੇ ਕਰਾਉਣ ਵਾਲੇ ਲੋਕ ਕਿੰਨੇ ਹੁੰਦੇ, ਚੌਂਕ ਦੇ ਚੌਂਕ ਬਲੌਕ ਹੋਏ ਹੁੰਦੇ। ਮੈਂ ਨਹੀਂ ਕਹਿੰਦਾ ਕਿਸੇ ਦੀ ਆਸਥਾ ਦੇ ਉੱਤੇ ਕੁਝ ਸਾਨੂੰ ਕੋਈ ਚੋਟ ਕਰਨੀ ਹੈ ਜਾਂ ਕਿਸੇ ਨੂੰ ਕੋਈ ਬੁਰਾ ਭਲਾ ਕਹਿਣਾ। ਮੈਂ ਸਿਰਫ ਇੰਨਾ ਕਹਿਣਾ ਕਿ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਇੱਕ ਮਾਹਿਰ ਡਾਕਟਰ ਕੋਲੋਂ ਟ੍ਰੀਟਮੈਂਟ ਬਿਨਾਂ ਸਟਿਗਮਾ ਦੇ ਕਰਾਉਣਾ ਚਾਹੀਦਾ। ਲੋਕਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ ਹੈ। ਸਭ ਤੋਂ ਵੱਡਾ ਜਿਹੜਾ ਫੈਕਟਰ ਸਾਡੇ ਇੰਡੀਆ ਦੇ ਅੰਦਰ ਹੈਗਾ ਸਾਈਕੈਟ੍ਰਿਕ ਇਲਨੈਸਿਸ ਨੂੰ ਜਾਂ ਮੈਂਟਲ ਇਲਨੈਸਿਸ ਨੂੰ ਲੈ ਕੇ, ਉਹ ਹੈਗਾ ਲੈਕ ਆਫ ਅਵੇਅਰਨੈਸ ਐਂਡ ਕ੍ਰੀਏਸ਼ਨ ਆਫ ਸਟਿਗਮਾ ਫॉर ਥੀਸ ਇਲਨੈਸਿਸ। ਫੈਕਟਸ ਐਂਡ ਫਿਗਰਸ ਮੈਂ ਤੁਹਾਨੂੰ ਦੱਸੇ, ਇੰਨਾ ਹਿਊਜ ਕੁਆਂਟਮ ਆਫ ਇਲਨੈਸ ਮੇਰੇ ਖਿਆਲ ਨਾਲ ਹੋਰ ਕਿਸੇ ਬਿਮਾਰੀ ਨੂੰ ਲੈ ਕੇ ਨਹੀਂ ਹੈਗਾ, ਔਰ ਅੱਜ ਤੱਕ ਇਹ ਬਿਮਾਰੀਆਂ ਇਗਨੋਰ ਹੁੰਦੀਆਂ ਨੇ। ਇਹਨਾਂ ਦੇ ਬਜਟਸ ਵੀ ਜਿਹੜੇ ਹੈਗੇ ਨੇ ਉਹ ਕਾਫੀ ਘੱਟ ਰਹੇ ਨੇ। ਹੈਲਥ ਬਜਟਸ ਜਿਹੜੇ ਹੈਗੇ ਨੇ ਜਾਂ ਮੈਂਟਲ ਹੈਲਥ ਬਜਟ ਜਿਹੜਾ ਹੈਗਾ GDP ਦਾ ਸਿਰਫ 0.1% ਹੈ। ਸੋ ਇਹ ਬਹੁਤ ਘੱਟ ਕੁਆਂਟਮ ਹੈਗਾ। ਇਹਨੂੰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਪਏਗਾ, ਇਹਦੇ ਬਾਰੇ ਪਾਲਿਸੀਜ਼ ਦੇ ਬਾਰੇ ਡਿਸੀਜਨਸ ਲੈਣੇ ਪੈਣਗੇ, ਤਾਂ ਜੋ ਲੋਕਾਂ ਦੀ ਵੈਲਬੀਇੰਗ ਔਰ ਜਿਹੜੀ ਮੈਂਟਲ ਹੈਲਥ ਆ, ਇਸ ਚੀਜ਼ ਨੂੰ ਅਸੀਂ ਇੰਪਰੂਵ ਕਰ ਸਕੀਏ। ਬਿਲਕੁਲ। ਤੇ ਸਰ, ਜਿਵੇਂ ਤੁਸੀਂ ਕਿਹਾ ਮੈਨੂੰ ਕਿ ਲੋਕੀ ਡਾਕਟਰਸ ਕੋਲ ਨਹੀਂ ਜਾਂਦੇ, ਮੈਂ ਵੀ ਕਈ ਲੋਕਾਂ 'ਚ ਵੇਖਿਆ ਕਿ ਉਹਨਾਂ ਅੰਦਰ ਦਵਾਈਆਂ ਤੇ ਇਹਦੇ ਟ੍ਰੀਟਮੈਂਟ ਲਈ ਖੌਫ ਹੈ। ਤੇ ਤੁਹਾਨੂੰ ਕੀ ਲੱਗਦਾ ਉਹਦਾ ਕਾਰਨ ਕੀ ਹੈ, ਕਿ ਮਤਲਬ ਲੋਕੀ ਕਿਉਂ ਇਸ ਚੀਜ਼ ਨੂੰ ਫੇਸ ਕਰਨ ਤੋਂ ਭੱਜਦੇ ਨੇ? ਕਿਸੇ ਹੱਦ ਤੱਕ ਮੰਨਤ ਜੀ, ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਲੱਗਦਾ ਹੈਗਾ ਕਿ ਜੇ ਸਾਈਕੈਟ੍ਰਿਕ ਦਵਾਈਆਂ ਅਸੀਂ ਖਾਵਾਂਗੇ ਤੇ ਲੱਗ ਜਾਣਗੀਆਂ ਜਾਂ ਨੀਂਦ ਦੀਆਂ ਗੋਲੀਆਂ ਡਾਕਟਰ ਦੇ ਦੇਣਗੇ, ਤੇ ਆਪਾਂ ਗਲਤ ਨਹੀਂ ਹੈਗੇ। ਕਿਉਂਕਿ ਕੁਝ ਜਿਹੜੀਆਂ ਇਲਨੈਸਿਸ ਪਹਿਲਾਂ ਚੱਲਦੀਆਂ ਸੀਗੀਆਂ, ਉਹਨਾਂ ਦੀਆਂ ਕੁਝ ਮੈਡੀਕੇਸ਼ਨਸ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਇਸੇ ਪ੍ਰਕਾਰ ਦੀਆਂ ਹੀ ਹੁੰਦੀਆਂ ਸੀ। ਪਰ ਹੁਣ ਮਾਡਰਨ ਮੈਡੀਸਿਨ ਦੇ ਨਾਲ, ਜਿਵੇਂ ਕਿ ਤੁਸੀਂ ਦੇਖੋ, ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਕੈਂਸਰ ਦਾ ਅੱਛਾ ਟ੍ਰੀਟਮੈਂਟ ਨਹੀਂ ਸੀ ਅਵੇਲੇਬਲ। ਹੁਣ ਕੈਂਸਰ ਸਰਵਾਈਵਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ। ਡਾਇਬਟੀਜ਼ ਦਾ ਟ੍ਰੀਟਮੈਂਟ ਨਹੀਂ ਸੀ ਪੋਸੀਬਲ ਕੁਝ ਸਾਲ ਪਹਿਲਾਂ ਤੱਕ। ਦਵਾਈਆਂ ਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੁੰਦੇ ਸੀਗੇ। ਲੋਕਾਂ ਦੇ ਡਾਇਬਟੀਜ਼ ਦੇ ਅੰਦਰ ਲੋਕਾਂ ਦੇ ਪੈਰ ਤੱਕ ਐਂਪੂਟੇਟ ਕੀਤੇ ਜਾਂਦੇ ਸੀਗੇ, ਜਾਂ ਉਹਨਾਂ ਦੀਆਂ ਕਿਡਨੀਆਂ 'ਤੇ ਅਸਰ ਆ ਜਾਂਦਾ ਸੀਗਾ, ਜਾਂ ਉਹਨਾਂ ਦੀਆਂ ਅੱਖਾਂ ਦੇ ਉੱਤੇ ਅਸਰ ਆ ਜਾਂਦਾ ਸੀਗਾ। ਪਰ ਅੱਜ ਕੱਲ੍ਹ ਇਹ ਦੇਖਣ ਨੂੰ ਬਹੁਤ ਘੱਟ ਮਿਲਦਾ, ਕਿਉਂਕਿ ਦਵਾਈਆਂ ਦੀ ਐਡਵੈਂਟ ਇੰਨੀ ਅੱਛੀ ਹੋ ਗਈ ਹੈ, ਜਾਂ ਦਵਾਈਆਂ ਇੰਨੀਆਂ ਅੱਛੀਆਂ ਅਵੇਲੇਬਲ ਨੇ ਕਿ ਜਿਹੜੀਆਂ ਇਹ ਪ੍ਰੋਬਲਮਸ ਨੇ ਇਹਨਾਂ ਦਾ ਬੜੇ ਅੱਛੇ ਤਰੀਕੇ ਦੇ ਨਾਲ ਹੱਲ ਹੋ ਰਿਹਾ। ਇਸੇ ਤਰ੍ਹਾਂ ਹੀ ਜਿਹੜੀਆਂ ਦਿਮਾਗ ਦੀਆਂ ਬਿਮਾਰੀਆਂ ਨੇ, ਹੁਣ ਜਿਹੜੀਆਂ ਉਹਨਾਂ ਦੀਆਂ ਦਵਾਈਆਂ ਆ ਰਹੀਆਂ ਨੇ ਮਾਡਰਨ ਰਿਸਰਚ ਤੋਂ ਬਾਅਦ, ਉਹ ਬਹੁਤ ਲਾਈਟ ਮੈਡੀਕੇਸ਼ਨਸ ਨੇ। ਜਿਹੜੀਆਂ ਨੀਂਦ ਦੀਆਂ ਗੋਲੀਆਂ ਨੇ ਬਹੁਤ ਘੱਟ ਯੂਜ਼ ਹੁੰਦੀਆਂ ਅੱਜ ਕੱਲ੍ਹ। ਜਿਹੜੀ ਸਾਈਕੈਟ੍ਰਿਕ ਮੈਡੀਸਿਨਸ ਦੇ ਸਾਈਡ ਇਫੈਕਟਸ ਨੇ ਬਹੁਤ ਘੱਟ ਨੇ। ਸੋ ਇਹ ਕਾਫੀ ਚੇਂਜ ਆਇਆ। ਜਿਸ ਤਰ੍ਹਾਂ ਬਾਕੀ ਮਾਡਰਨ ਮੈਡੀਸਿਨ ਦੇ ਅੰਦਰ ਚੇਂਜਸ ਆਏ ਬਾਕੀ ਇਲਨੈਸਿਸ ਨੂੰ ਲੈ ਕੇ, ਉਸੇ ਤਰ੍ਹਾਂ ਦਿਮਾਗ ਦੀਆਂ ਬਿਮਾਰੀਆਂ ਦੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਦੇ ਅੰਦਰ ਵੀ ਚੇਂਜ ਕਾਫੀ ਜ਼ਿਆਦਾ ਆਇਆ ਹੈ, ਔਰ ਕਾਫੀ ਅੱਛੇ ਤਰੀਕੇ ਦੇ ਨਾਲ ਹੁਣ ਉਹਨਾਂ ਦਾ ਇਲਾਜ ਪੋਸੀਬਲ ਹੈਗਾ। ਇਸੇ ਤਰ੍ਹਾਂ ਨੀਂਦ ਦੀ ਦਵਾਈ ਦੀ ਤੁਸੀਂ ਗੱਲ ਕਰ ਰਹੇ ਹੋ, ਪਹਿਲਾਂ ਐਲਪਰਾਜ਼ੋਲੈਮ ਵਗੈਰਾ ਜਿਸ ਤਰ੍ਹਾਂ ਸੀ, ਜਾਂ ਕਲੋਨਾਜ਼ੀਪੈਮ ਸੀਗੀ, ਜਾਂ ਐਟੀਜ਼ੋਲੈਮ ਸੀਗੀ। ਤੁਸੀਂ ਦੇਖੋ ਗਵਰਨਮੈਂਟ ਨੇ ਬੜੇ ਸੀਰੀਅਸ ਤੇ ਅੱਛੇ ਸਟੈਪਸ ਲਿੱਤੇ ਨੇ ਇਹਨਾਂ ਦੇ ਉੱਤੇ। ਔਰ ਟਰਾਮਾਡੋਲ ਜਿਸ ਤਰ੍ਹਾਂ ਸੀਗੀ, ਇਹਨਾਂ ਦੇ ਉੱਤੇ ਇਹਨਾਂ ਨੂੰ ਬੈਨ ਕੀਤਾ ਗਿਆ। ਕਈ ਦਵਾਈਆਂ ਨੂੰ NDPS ਐਕਟ 'ਚ ਪਾਇਆ ਗਿਆ, ਜਿਹੜਾ ਨਾਰਕੋਟਿਕ ਪ੍ਰੀਵੈਂਸ਼ਨ ਐਕਟ ਹੈਗਾ, ਉਸ ਦੇ ਅੰਦਰ ਇਹਨਾਂ ਨੂੰ ਜਿਹੜਾ ਹੈਗਾ ਉਹ ਪਾਇਆ ਗਿਆ ਹੈਗਾ। ਸੋ ਇਹ ਗਵਰਨਮੈਂਟ ਦੇ ਸੀਰੀਅਸ ਸਟੈਪਸ ਨੂੰ ਇੰਡੀਕੇਟ ਕਰਦਾ।
ਇਸੇ ਤਰ੍ਹਾਂ ਜਿਹੜੀਆਂ ਨਵੀਆਂ ਮੈਡੀਕੇਸ਼ਨਸ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ, ਜਿਵੇਂ ਮੈਲਾਟੋਨਿਨ ਹੈਗੀ ਹੈ ਜਿਹੜੀ ਨੀਂਦ ਦੀ ਨੈਚੁਰਲ ਨਿਊਰੋਕੈਮੀਕਲ ਹੈ, ਸੋ ਉਹਨੂੰ ਪ੍ਰਮੋਟ ਕਰ ਰਹੇ ਨੇ। ਜਿਹੜੀਆਂ ਦਵਾਈਆਂ ਨੇ ਹੁਣ ਲੰਬੇ ਸਮੇਂ ਦੇ ਲਈ ਖਾਣੀਆਂ ਵੀ ਨਹੀਂ ਪੈਂਦੀਆਂ, ਜਿਸ ਤਰ੍ਹਾਂ ਡਿਪਰੈਸ਼ਨ ਹੈਗਾ, ਡਿਪਰੈਸ਼ਨ ਦਾ ਵਿਦਿਨ 3 to 6 months ਟ੍ਰੀਟਮੈਂਟ ਜਿਹੜਾ ਹੈਗਾ ਉਹ ਕੰਪਲੀਟ ਹੋ ਜਾਂਦਾ। ਸੋ ਇਸੇ ਤਰੀਕੇ ਲੋਕਾਂ ਦੇ ਜਿਹੜੇ ਵਹਿਮ ਭਰਮ ਨੇ ਉਹਨਾਂ ਨੂੰ ਸਾਨੂੰ ਕੱਢਣ ਦੀ ਜ਼ਰੂਰਤ ਹੈ, ਲੋਕਾਂ ਨੂੰ ਗਾਈਡ ਕਰਨ ਦੀ ਜ਼ਰੂਰਤ ਹੈ ਕਿ ਜਿਹੜਾ ਇਹ ਟ੍ਰੀਟਮੈਂਟ ਹੈਗਾ ਇਹ ਸ਼ਾਰਟ ਟ੍ਰੀਟਮੈਂਟ ਹੈ। ਇਹਦੇ ਨਾਲ ਨਾਲ ਜਿਹੜੀਆਂ ਕਾਉਂਸਲਿੰਗਸ ਨੇ ਔਰ ਜਿਸ ਤਰ੍ਹਾਂ ਕੁਝ ਥੈਰੇਪੀਜ਼ ਨੇ ਜਿਵੇਂ ਕੋਗਨੀਟਿਵ ਬਿਹੇਵੀਅਰ ਥੈਰੇਪੀ ਹੈਗੀ ਹੈ ਜਾਂ REBTs ਹੈਗੀਆਂ ਨੇ ਜਾਂ ਹੋਰ ਟਾਈਪ ਦੀਆਂ ਸਾਈਕੋਥੈਰੇਪੀਜ਼ ਹੈਗੀਆਂ ਨੇ, ਜਿਨ੍ਹਾਂ ਦੇ ਨਾਲ ਮਰੀਜ਼ ਦਾ ਜਿਹੜਾ ਪਰਸਨੈਲਿਟੀ ਸਟਰਕਚਰ ਹੈ ਉਹਨੂੰ ਹੀ ਅੱਛੀ ਕੋਪਿੰਗ ਵੱਲ ਤੋਰਿਆ ਜਾਂਦਾ ਹੈ। ਇਹ ਚੀਜ਼ਾਂ ਦਾ ਬਹੁਤ ਵੱਡਾ ਰੋਲ ਹੈ। ਜਿਸ ਤਰ੍ਹਾਂ ਮੇਰੇ ਹਸਪੀਟਲ ਦੇ ਅੰਦਰ ਸਾਡੇ ਕੋਲ ਸਾਡੀ ਟੀਮ ਦੇ ਅੰਦਰ ਇੱਕ ਸਾਡੇ ਕੋਲ ਜਿਸ ਤਰ੍ਹਾਂ ਮੈਂ ਸਾਈਕੈਟ੍ਰਿਸਟ ਹਾਂ, ਮੇਰੇ ਕੋਲ ਇੱਕ ਹੋਰ ਡਾਕਟਰ ਹੈਗੇ ਨੇ ਜੋ ਕਿ MBBS ਹੈਗੇ ਨੇ, ਇੱਕ ਡਾਕਟਰ ਮੇਰੇ ਕੋਲ ਹੈਗੇ ਜੋ ਲੇਡੀਜ਼ ਦੇ ਸਪੈਸ਼ਲਿਸਟ ਨੇ, ਔਰ ਇਹਦੇ ਨਾਲ ਨਾਲ ਸਾਡੀ ਜਿਹੜੀ ਸਾਈਕੋਲੋਜੀ ਦੀ ਟੀਮ ਹੈਗੀ ਹੈ ਉਹਦੇ ਵਿੱਚ 4 ਸਾਈਕੋਲੋਜਿਸਟ ਹੈਗੇ ਨੇ। ਇਸ ਦੇ ਨਾਲ ਨਾਲ ਸਾਡੇ ਕੋਲ ਇੱਕ ਰੀਹੈਬ ਸਪੈਸ਼ਲਿਸਟ ਹੈਗੇ ਨੇ। ਸੋ ਅੱਜ ਕੱਲ੍ਹ ਜਿਹੜੀ ਮਾਡਰਨ ਸਾਈਕੈਟਰੀ ਦੀ ਪ੍ਰੈਕਟਿਸ ਹੈ ਉਹਦੇ ਅੰਦਰ ਕਾਫੀ ਡਾਈਵਰਸੀਫਿਕੇਸ਼ਨ ਔਰ ਮਲਟੀ ਡਿਸਪਲਿਨਰੀ ਅਪਰੋਚ ਦੇ ਨਾਲ ਕੰਮ ਕੀਤਾ ਜਾਂਦਾ ਤਾਂ ਜੋ ਪੇਸ਼ੈਂਟ ਨੂੰ ਮੈਕਸਿਮਲ ਬੈਨੀਫਿਟ ਦਿੱਤਾ ਜਾਵੇ। ਸਿਰਫ ਦਵਾਈਆਂ ਦੇ ਉੱਤੇ ਡਿਪੈਂਡੈਂਸ ਜਿਹੜੀ ਹੈਗੀ ਹੈ ਉਹ ਨਹੀਂ ਰੱਖੀ ਜਾਂਦੀ, ਉਹਨੂੰ ਡਾਈਵਰਸੀਫਾਈ ਕਰਕੇ ਅਸੀਂ ਜਿਵੇਂ ਜਿਸ ਨੂੰ ਕੱਲੀ ਕਾਉਂਸਲਿੰਗ ਦੀ ਜ਼ਰੂਰਤ ਹੈ ਉਸ ਨੂੰ ਅਸੀਂ ਸਿਰਫ ਕਾਉਂਸਲਿੰਗ ਵੱਲ ਤੋਰਦੇ ਹਾਂ। ਜਾਂ ਉਹਨਾਂ ਲੋਕਾਂ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਰਿਐਕਟਿਵ ਡਿਪਰੈਸ਼ਨ ਹੈ, ਕਿ ਜਿਸ ਤਰ੍ਹਾਂ ਪੇਸ਼ੈਂਟ ਦੇ ਕਿਸੇ ਦਾ ਸਮਝ ਲਓ ਅਫੇਅਰ ਹੀ ਟੁੱਟ ਗਿਆ ਜਾਂ ਕਿਸੇ ਦਾ ਐਗਜ਼ਾਮ 'ਚ ਫੇਲੀਅਰ ਹੋ ਗਿਆ, ਜੋ ਕਿ ਸਾਡੇ ਕਾਮਨ ਜੀ ਯੰਗਸਟਰਸ ਦੇ ਅੰਦਰ ਪ੍ਰੋਬਲਮਸ ਹੈਗੀਆਂ ਨੇ, ਇਹਨਾਂ ਚੀਜ਼ਾਂ ਦਾ ਅਸੀਂ ਹੱਲ ਕਾਉਂਸਲਿੰਗ ਦੇ ਨਾਲ ਕਰਦੇ ਹਾਂ। ਸੋ ਉਹਨਾਂ ਦੇ ਅੰਦਰ ਤੇ ਦਵਾਈ ਦਿੰਦੇ ਹੀ ਨਹੀਂ ਆਪਾਂ। ਇਸੇ ਤਰੀਕੇ ਦੇ ਨਾਲ ਜਿਹੜੀਆਂ ਪਰਸਨੈਲਿਟੀ ਚੇਂਜਸ ਨੇ, ਜਿਸ ਤਰ੍ਹਾਂ ਹੁਣ ਤੁਹਾਨੂੰ ਇੱਕ ਮੈਂ ਕੇਸ ਡਿਸਕਸ ਕੀਤਾ ਕਟਸ ਵਾਲਾ, ਬਾਰਡਰਲਾਈਨ ਪਰਸਨੈਲਿਟੀ ਹੈ ਜਾਂ ਹਿਸਟ੍ਰੋਨਿਕ ਪਰਸਨੈਲਿਟੀ ਹੈਗੀ ਹੈ, ਉਹਨਾਂ ਦਾ ਬੜੇ ਅੱਛੇ ਤਰੀਕੇ ਦੇ ਨਾਲ ਕਾਉਂਸਲਿੰਗ ਦੇ ਨਾਲ ਹੱਲ ਕੀਤਾ ਜਾਂਦਾ। ਸੋ ਮੈਨੂੰ ਲੱਗਦਾ ਹੈ ਹੁਣ ਦਵਾਈਆਂ ਤੋਂ ਜਾਂ ਮਾਡਰਨ ਪ੍ਰੈਕਟਿਸ ਆਫ ਮੈਡੀਸਿਨ ਤੋਂ ਲੋਕਾਂ ਨੂੰ ਡਰਨ ਦੀ ਜਾਂ ਸਟਿਗਮੇਟਾਈਜ਼ ਹੋਣ ਦੀ ਜ਼ਰੂਰਤ ਨਹੀਂ ਹੈ। ਚੇਂਜਸ ਅਸੀਂ ਲੈ ਕੇ ਆਣੇ ਹੈਗੇ ਆ, ਪਰ ਲੋਕਾਂ ਨੂੰ ਗਾਈਡੈਂਸ ਵੀ ਅਸੀਂ ਦੇਣੀ ਹੈ। ਬਿਲਕੁਲ। ਸੋ ਇਹ ਗਾਈਡੈਂਸ ਮੈਂ ਤੁਸੀਂ ਰਲ ਕੇ ਦੇਵਾਂਗੇ, ਲੋਕਾਂ ਨੂੰ ਇੱਕ ਅਪਰੋਚ ਅੱਛੀ ਦੇਵਾਂਗੇ ਤਾਂ ਜੋ ਲੋਕ ਜਿਹੜੇ ਹੈਗੇ ਆ ਉਹ ਟ੍ਰੀਟਮੈਂਟ ਤੋਂ ਵਾਂਝੇ ਨਾ ਰੱਖੇ। ਬਿਲਕੁਲ ਸਹੀ। ਤੇ ਇਸ ਤੋਂ ਬਚਾਅ ਕਿਵੇਂ ਕਰ ਸਕਦੇ, ਜਿਵੇਂ ਆਪਾਂ ਜੇ ਕਹੀਏ ਕਿ ਪ੍ਰੀਕਾਸ਼ਨ ਇਜ਼ ਬੈਟਰ ਦੈਨ ਦ ਟ੍ਰੀਟਮੈਂਟ, ਤੇ ਆਪਾਂ ਇਸ ਤੋਂ ਪ੍ਰੀਕਾਸ਼ਨਸ ਕਿਵੇਂ ਲੈ ਸਕਦੇ ਹਾਂ? ਮੰਨਤ ਜੀ, ਇਹ ਬਹੁਤ ਅੱਛਾ ਕੁਐਸਚਨ ਹੈ ਔਰ ਲੋਕਾਂ ਨੂੰ ਬੜਾ ਹੀ ਇਹਦੇ ਆਨਸਰ ਜਿਹੜਾ ਮੈਂ ਦਊਂਗਾ ਬੜੇ ਆਈ ਓਪਨਰਸ ਨੇ। ਆਪਾਂ ਨੂੰ ਅੱਜ ਜੋ ਲਾਈਫ ਸਟਾਈਲ ਚੱਲ ਰਿਹਾ ਹੈਗਾ, ਅਸੀਂ ਦੇਖਦੇ ਹਾਂ ਕਿ ਮੇਰੇ ਗੁਆਂਢੀ ਨੇ ਕਿਹੜੀ ਕਾਰ ਲਿੱਤੀ ਹੈ, ਜੇ ਕਿਸੇ ਨੇ BMW ਚਲਾ ਰਿਹਾ ਹੈਗਾ ਤੇ ਜੀ ਮੈਨੂੰ ਵੀ BMW ਚਾਹੀਦੀ ਹੈ, ਜਾਂ ਕੋਈ ਹੋਰ ਕਾਰ ਚਲਾ ਰਿਹਾ, ਮੇਰਾ ਜੀ ਘਰ ਇਸ ਤੋਂ ਵੀ ਵੱਡਾ ਹੋਣਾ ਚਾਹੀਦਾ। ਸੋ ਅਸੀਂ ਨਾ ਭੱਜ ਰਹੇ ਹਾਂ, ਸਟ੍ਰੈਸ ਦੀ ਲਾਈਫ ਨੂੰ ਅਸੀਂ ਆਪ ਲੈ ਕੇ ਆ ਰਹੇ ਹਾਂ। ਮੇਰੇ ਭਰਾ ਨਾਲ ਨਹੀਂ ਬਣ ਰਹੀ ਜੀ, ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ, ਮੈਂ ਸ਼ਹਿਰ ਜਾ ਕੇ ਰਹਿਣਾ ਚਾਹੁੰਦਾ। ਸੋ ਇਹ ਅਪਰੋਚ ਦੇ ਨਾਲ ਫੈਮਲੀਜ਼ ਟੁੱਟ ਰਹੀਆਂ ਨੇ ਔਰ ਜਿਹੜੀਆਂ ਜੁਆਇੰਟ ਫੈਮਲੀਜ਼ ਨੇ ਉਹ ਨਿਊਕਲੀਅਰ ਫੈਮਲੀਜ਼ ਤਬਦੀਲ ਹੋ ਰਹੀਆਂ ਨੇ। ਯੰਗਸਟਰਸ ਪਾਰਟਿੰਗ ਆਊਟ ਬਹੁਤ ਕਰਦੇ ਨੇ। ਪਾਰਟਿੰਗ ਆਊਟ ਦੇ ਅੰਦਰ ਉਹ ਹੋ ਸਕਦਾ ਡਰੱਗਸ ਵੀ ਲੈ ਰਹੇ ਨੇ, ਜਾਂ ਪਾਰਟਿੰਗ ਆਊਟ ਦੇ ਅੰਦਰ ਐਲਕੋਹਲ ਲੈ ਰਹੇ ਨੇ, ਜਾਂ ਸਮੋਕਿੰਗ ਕਰ ਰਹੇ ਨੇ, ਜਾਂ ਹੁੱਕਾ ਲੈ ਰਹੇ ਨੇ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਬਿਊਜ਼ ਕਰ ਰਹੇ ਨੇ। ਐਗਜ਼ਾਮ ਸਾਡੇ ਬਹੁਤ ਕੰਪੀਟੀਟਿਵ ਹੋ ਗਏ, ਹਰ ਬੰਦਾ ਕਹਿੰਦਾ ਮੈਂ ਟੌਪ ਕਰਨਾ ਹੈ, ਹਰ ਬੰਦਾ ਕਹਿੰਦਾ ਮੈਂ ਜੀ ਉੱਪਰ ਜਾਣਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਾਡੇ ਸਟ੍ਰੈਸ ਨੂੰ ਕੰਟਰੀਬਿਊਟ ਕਰਦੀਆਂ। ਅਗਰ ਅਸੀਂ ਲਾਈਫ ਸਟਾਈਲ ਨੂੰ ਥੋੜਾ ਮੈਲੋ ਡਾਊਨ ਕਰ ਲਈਏ, ਥੋੜਾ ਜਿਹਾ ਸ਼ਾਂਤ ਕਰ ਲਈਏ, ਤਾਂ ਮੇਰੇ ਖਿਆਲ ਨਾਲ ਇਹ ਸਾਰੇ ਸਟ੍ਰੈਸਿਸ ਜਿਹੜੇ ਘਟ ਜਾਣਗੇ। ਮਨੀ ਓਰੀਐਂਟਡ ਹੋਣ ਦੀ ਬਜਾਏ ਜੇ ਅਸੀਂ ਫੈਮਿਲੀ ਓਰੀਐਂਟਡ ਹੋਵਾਂਗੇ, ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੋਵਾਂਗੇ, ਆਪਣੇ ਫਰੈਂਡਸ ਦੇ ਦੁੱਖ ਸੁੱਖ ਦੇ ਸਾਥੀ ਹੋਵਾਂਗੇ, ਅਸੀਂ ਕਿਸੇ ਹੋਰ ਦੇ ਲਈ ਬਫਰ ਬਣਨ ਦੀ ਕੋਸ਼ਿਸ਼ ਕਰਾਂਗੇ, ਅਸੀਂ ਆਪਣੀਆਂ ਲਾਈਫ ਸਟਾਈਲ ਦੇ ਅੰਦਰ ਮੀ ਟਾਈਮ ਆਪਣੇ ਆਪ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ। ਇੱਕ ਅੱਛਾ ਹੈਲਦੀ ਰੂਟੀਨ ਜਿਹਦੇ ਵਿੱਚ ਬੈਲੈਂਸਡ ਡਾਈਟ, ਬੈਲੈਂਸਡ ਵਰਕਆਊਟ,
ਬੈਲੈਂਸਡ ਐਕਸਰਸਾਈਜ਼, ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਹੈਗਾ ਹੈ ਸਾਡੀ ਲਾਈਫ ਨੂੰ ਕਾਫੀ ਇੰਪਰੂਵ ਕਰੇਗਾ ਔਰ ਹੈਪੀਨੈਸ ਸਾਡੀ ਇੰਪਰੂਵ ਹੋਏਗੀ। ਪੈਸੇ ਦੇ ਪਿੱਛੇ ਭੱਜਣ ਨਾਲ ਜ਼ਰੂਰ ਅਸੀਂ ਕੁਝ ਨਾ ਕੁਝ ਅਚੀਵ ਕਰ ਲਾਂਗੇ, ਪਰ ਕਿਸ ਚੀਜ਼ ਦੀ ਕਾਸਟ ਦੇ ਉੱਤੇ? ਸਾਡੀ ਫੈਮਿਲੀ ਲਾਈਫ ਦੀ ਕਾਸਟ ਤੇ, ਸਾਡੇ ਬੱਚਿਆਂ ਦੀ ਮੈਂਟਲ ਹੈਲਥ ਦੀ ਕਾਸਟ ਤੇ, ਜਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਕਾਸਟ ਤੇ। ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਕਿਤੇ ਨਾ ਕਿਤੇ ਚੱਲ ਕੇ ਇਗਨੋਰ ਕਰਨਾ ਪਏਗਾ। ਐਕਸਰਸਾਈਜ਼ ਨੂੰ ਆਪਣੀ ਪਾਰਟ ਐਂਡ ਪਾਰਸਲ ਬਣਾਓ ਲਾਈਫ ਦਾ। ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੋ, ਜੋ ਬੱਚੇ ਸਭ ਤੋਂ ਵੱਡੇ ਬਫਰਸ ਨੇ ਤੁਹਾਡੇ। ਸਕਰੀਨ ਟਾਈਮ ਜਿਹੜਾ ਹੈਗਾ ਉਹਨੂੰ ਘਟਾਇਆ ਜਾਵੇ। ਅੱਜ ਕੱਲ੍ਹ ਮੈਂ ਦੇਖਿਆ ਹੈ ਮੋਬਾਈਲਸ ਦੀ ਯੂਜੇਜ ਬਹੁਤ ਵੱਧ ਗਈ ਹੈ, ਸੋ ਇਹਨਾਂ ਨੂੰ ਘਟਾਇਆ ਜਾਵੇ। ਫਿਰ ਆਪਣੇ ਬਜ਼ੁਰਗਾਂ ਨੂੰ ਟਾਈਮ ਦਿੱਤਾ ਜਾਵੇ, ਉਹਨਾਂ ਦੇ ਨਾਲ ਬੈਠਿਆ ਜਾਵੇ। ਜਿਹੜੀ ਵਿਕੇਰੀਅਸ ਲਰਨਿੰਗ ਹੈ, ਵਿਕੇਰੀਅਸ ਲਰਨਿੰਗ ਦਾ ਮਤਲਬ ਹੁੰਦਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਸਾਨੂੰ ਲਰਨਿੰਗ ਮਿਲਦੀ ਹੈ। ਅੱਜ ਤੱਕ ਵੱਡੇ ਵੱਡੇ ਬਿਜ਼ਨਸ ਘਰਾਣਿਆਂ ਦੇ ਅੰਦਰ ਡਿਗਰੀਆਂ ਨਾਲ ਨਹੀਂ ਸੀ ਚੱਲਦੇ ਘਰਾਣੇ, ਪੇਰੈਂਟਸ ਤੋਂ ਜੋ ਬਿਜ਼ਨਸ ਦੀ ਸੈਂਸ ਮਿਲਦੀ ਸੀਗੀ ਉਸ ਤੋਂ ਚੱਲਦੇ ਸੀ। ਦਿਸ ਇਜ਼ ਕਾਲਡ ਵਿਕੇਰੀਅਸ ਲਰਨਿੰਗ। ਸੋ ਬੜੀਆਂ ਚੀਜ਼ਾਂ ਨੇ ਜਿਹੜੇ ਬਜ਼ੁਰਗ ਸਾਨੂੰ ਐਕਸਪੀਰੀਅੰਸ ਦੇ ਨਾਲ ਸਮਝਾਉਂਦੇ ਨੇ। ਸੋ ਉਹ ਲਰਨਿੰਗ ਜਿਹੜੀ ਹੈਗੀ ਹੈ ਉਹ ਸਾਨੂੰ ਲੈਣੀ ਚਾਹੀਦੀ ਹੈ ਬਜ਼ੁਰਗਾਂ ਕੋਲੇ ਬੈਠ ਕੇ। ਸੈਂਸ ਆਫ ਲਾਈਫ ਲੈਣੀ ਚਾਹੀਦੀ ਹੈ। ਆਪਣੇ ਆਪ ਨੂੰ ਰਿਲੀਜੀਅਸ ਮਾਈਂਡਡ ਤੇ ਰਿਲੀਜੀਅਸ ਓਰੀਐਂਟਡ ਕਰਨਾ ਚਾਹੀਦਾ ਹੈ। ਨਹੀਂ ਵੀ ਅਸੀਂ ਰਿਲੀਜਨ ਓਰੀਐਂਟਡ ਕਰਨਾ ਚਾਹੁੰਦੇ, ਸਪਿਰਿਚੁਅਲ ਓਰੀਐਂਟਡ ਹੋ ਜਾਓ। ਸਪਿਰਿਚੁਅਲਿਟੀ ਜਿਹੜੀ ਹੈਗੀ ਹੈ ਦੈਟ ਇਜ਼ ਬਿਯੋਂਡ ਰਿਲੀਜਨ। ਸਪਿਰਿਚੁਅਲਿਟੀ ਇਜ਼ ਯੂਨੀਵਰਸਲ ਐਂਡ ਇਟ ਵਿਲ ਲੀਡ ਯੂ ਟੂ ਰਿਲੈਕਸੇਸ਼ਨ ਆਫ ਯੋਰ ਮਾਈਂਡ। ਸੋ ਇਹ ਸਾਰੀਆਂ ਅਗਰ ਚੇਂਜਸ ਆਪਾਂ ਕਰਾਂਗੇ ਆਪਣੀ ਲਾਈਫ ਦੇ ਅੰਦਰ, ਮੇਰੇ ਖਿਆਲ ਨਾਲ ਆਪਣਾ ਹੈਪੀਨੈਸ ਇੰਡੈਕਸ ਕਾਫੀ ਇੰਪਰੂਵ ਕਰੇਗਾ। ਇਹ ਉਹ ਚੇਂਜਸ ਨੇ ਜਿਹੜੇ ਅਸੀਂ ਕਰ ਸਕਦੇ ਹਾਂ। ਹੁਣ ਕੁਝ ਚੇਂਜਸ ਹੈ ਜਿਹੜੇ ਸਾਡੇ ਐਡਮਿਨਿਸਟ੍ਰੇਟਰ ਔਰ ਸਾਡੀ ਸਰਕਾਰ ਕਰ ਸਕਦੀ ਹੈ। ਮਿਨੀਮਮ ਵੇਜਸ ਨੂੰ ਇੰਪਰੂਵ ਕਰਨਾ ਤਾਂ ਜੋ ਫਾਈਨੈਂਸ਼ੀਅਲ ਬਰਡਨਸ ਜਿਹੜੇ ਹੈਗੇ ਆ ਉਹ ਸਾਡੇ ਘਟ ਜਾਣ। ਪੰਜਾਬ ਦੇ ਅੰਦਰ ਬੜੀ ਨਵੀਂ ਇਲੈਕਟਡ ਸਰਕਾਰ ਹੈਗੀ ਹੈ, ਇਹਨਾਂ ਤੇ ਬਰਡਨ ਵੀ ਬਹੁਤ ਹੈ ਚੇਂਜਸ ਲੈ ਕੇ ਆਉਣ ਦਾ, ਕਿਉਂਕਿ ਇਹ ਚੇਂਜ ਦੇ ਨਾਮ ਤੇ ਹੀ ਇਹ ਸਰਕਾਰ ਬਣੀ ਹੈ। ਯੰਗ ਲੋਕ ਨੇ ਇਸ ਸਰਕਾਰ ਦੇ ਅੰਦਰ। ਇਨਫੈਕਟ ਅਗਰ ਐਵਰੇਜ ਏਜ ਤੁਸੀਂ ਦੇਖੋ ਤੇ ਐਵਰੇਜ ਏਜ ਦੇ ਹਿਸਾਬ ਦੇ ਨਾਲ ਯੰਗੈਸਟ ਲੀਡਰਸ ਇਸ ਵਾਰੀ ਸਿਲੈਕਟ ਹੋ ਕੇ ਆਏ ਨੇ। ਇਹਨਾਂ ਦੇ ਉੱਤੇ ਰਿਸਪੌਂਸਿਬਿਲਿਟੀਜ਼ ਨੇ ਪੰਜਾਬ ਨੂੰ ਚੇਂਜ ਕਰਨ ਦੀਆਂ। ਜਿਹੜੀਆਂ ਗੱਲਾਂ ਸਾਰੇ ਕਹਿੰਦੇ ਰਹੇ ਜੀ 70 ਸਾਲ ਤੋਂ ਪੰਜਾਬ ਨੂੰ ਖਾਂਦੇ ਰਹੇ, ਹੁਣ ਇਹਨਾਂ ਕੋਲ ਟਾਈਮ ਹੈਗਾ ਕਿ ਇਹ ਚੇਂਜ ਲੈ ਕੇ ਆਉਣਗੇ। ਸੋ ਉਹਦੇ 'ਚ ਕਿਆ ਚੇਂਜਸ ਨੇ? ਸਭ ਤੋਂ ਪਹਿਲਾ ਚੇਂਜ ਹੈਗਾ ਐਜੂਕੇਸ਼ਨ ਦਾ। ਯੂਥ ਨੂੰ ਜੇ ਐਜੂਕੇਸ਼ਨ ਅੱਛੀ ਮਿਲੇਗੀ, ਪਾਏਦਾਰ ਮਿਲੇਗੀ ਔਰ ਸਸਤੀ ਮਿਲੇਗੀ, ਸਸਤੀ ਇਨ ਦਾ ਸੈਂਸ ਕਿ ਜਿਹੜੇ ਇਹਦੀ ਕਾਸਟ ਹੈਗੀ ਹੈ ਉਹ ਘੱਟ ਹੋਏਗੀ, ਫੈਮਿਲੀ ਦੇ ਉੱਤੇ ਬਰਡਨ ਘੱਟ ਹੋਏਗਾ, ਤੇ ਸਾਡੇ ਰੀਜਨ ਦੇ ਅੰਦਰ ਕੇਰਲਾ ਵਾਂਗੂ ਜਿਹੜੀ ਐਜੂਕੇਸ਼ਨ ਦਾ ਸਤਰ ਆ ਉਹ ਵਧੇਗਾ। ਸੈਕਿੰਡ, ਜਿਹੜੀ ਇਹ ਯੂਥ ਪੜ੍ਹੇ ਹੋਏ ਨੇ ਜਾਂ ਪੜ੍ਹੇ ਲਿਖੇ ਯੂਥ ਹੈਗੇ ਆ, ਇਹਨਾਂ ਦੀ ਤੁਸੀਂ ਆਫੀਸ਼ੀਅਲ ਫਿਗਰ ਦੀ ਅਗਰ ਅਨਐਮਪਲੋਇਮੈਂਟ ਦੀ ਗੱਲ ਕਰ ਰਹੇ ਹੋ ਦੈਟ ਇਜ਼ 7.4%। ਸੋ ਇਹਨੂੰ ਅਸੀਂ ਡਿਕਰੀਜ਼ ਕਰਨਾ, ਇਹਨੂੰ ਅਸੀਂ ਡਿਕਰੀਜ਼ ਕਰਕੇ ਇਹਨਾਂ ਯੂਥ ਨੂੰ ਇੰਪਲੋਏ ਕਰਨਾ, ਤਾਂ ਜੋ ਇਹ ਇੰਪਲੋਇਮੈਂਟ ਜਿਹੜੀ ਹੈਗੀ ਆ ਉਹਦੇ ਨਾਲ ਉਹ ਆਪਣੇ ਘਰ ਚਲਾ ਸਕਣ ਔਰ ਇੱਕ ਪੋਜ਼ਿਟਿਵ ਵੇ ਦੇ ਅੰਦਰ ਸੋਸਾਇਟੀ ਨੂੰ ਕੰਟਰੀਬਿਊਟ ਕਰ ਸਕਣ। ਤੀਸਰੀ ਜਿਹੜੀ ਚੀਜ਼ ਹੈਗੀ ਹੈ ਉਹ ਹੈਗੀ ਹੈ ਸੋਸ਼ਲ ਸਿਕਿਉਰਿਟੀ। ਸੋਸ਼ਲ ਸਿਕਿਉਰਿਟੀ ਦੇ ਅੰਦਰ ਨੰਬਰ 1 ਜਿਹੜੀਆਂ ਇੰਸ਼ੋਰੈਂਸਿਸ ਨੇ, ਜਿਸ ਤਰ੍ਹਾਂ ਹੈਲਥ ਇੰਸ਼ੋਰੈਂਸ ਹੈਗੀ ਹੈ ਜਾਂ ਜਿਹੜੀ ਇਹਨਾਂ ਦੇ ਟ੍ਰੀਟਮੈਂਟ ਦਾ ਖਰਚਾ ਹੈਗਾ ਉਹ ਕਿਤੇ ਨਾ ਕਿਤੇ ਸਰਕਾਰ ਨੂੰ ਬੇਅਰ ਕਰਨਾ ਚਾਹੀਦਾ। ਚੌਥੀ ਜਿਹੜੀ ਸਿਕਿਉਰਿਟੀ ਹੈਗੀ ਹੈ ਉਹ ਹੈਗੀ ਹੈ ਬਜ਼ੁਰਗਾਂ ਦੀ। ਬਜ਼ੁਰਗਾਂ ਦੇ ਅੰਦਰ ਉਹਨਾਂ ਦੀ ਜਿਹੜੀ ਉਹਨਾਂ ਨੂੰ ਕੁਝ ਫਾਈਨੈਂਸ਼ੀਅਲ ਰਿਲੀਫ ਹੈਗੀ ਹੈ ਜਾਂ ਉਹਨਾਂ ਦੇ ਟ੍ਰੀਟਮੈਂਟ ਦਾ ਐਕਸਪੈਂਸ ਹੈਗਾ, ਇਹ ਸਾਰੀਆਂ ਚੀਜ਼ਾਂ ਸਰਕਾਰ ਨੂੰ ਟੇਕ ਕੇਅਰ ਕਰਨੀਆਂ ਪੈਣਗੀਆਂ। ਪੰਜਵੀਂ ਜਿਹੜੀ ਚੀਜ਼, ਜਿਹੜੀ ਸਿਕਿਉਰਿਟੀ ਚਾਹੀਦੀ ਹੈਗੀ ਹੈ ਸੋ ਇਸ ਟਾਈਮ ਤੇ ਯੂਥ ਨੂੰ ਜਾਂ ਯੰਗ ਜਨਰੇਸ਼ਨ ਨੂੰ, ਉਹ ਚਾਹੀਦੀ ਹੈਗੀ ਹੈ ਨਸ਼ਿਆਂ ਤੋਂ ਬਚਾਅ ਦੀ। ਸੋ ਉਹਦੇ ਲਈ ਇੱਕ ਅੱਛਾ ਟ੍ਰੀਟਮੈਂਟ ਪਲਾਨ ਬਣਾਉਣਾ ਪਏਗਾ ਔਰ ਉਹਦੇ ਅੰਦਰ ਐਗਜ਼ਿਟ ਆਊਟ ਪਲਾਨ ਬਣਾਉਣਾ ਪਏਗਾ, ਕਿਉਂਕਿ ਜੋ ਪ੍ਰੀਵੀਅਸ ਪਲਾਨ ਹੈਗਾ ਜਿਹਦੇ ਅੰਦਰ ਓਟ ਔਰ ਰਿਪਲੇਸਮੈਂਟ ਥੈਰੇਪੀ ਦਾ ਪਲਾਨ ਹੈਗਾ ਉਹ ਕਿਤੇ ਨਾ ਕਿਤੇ ਆਊਟਡੇਟਡ ਕਨਸੈਪਟ ਹੈ। ਅਮਰੀਕਾ ਦੇ ਅੰਦਰ ਵੀ ਇਹ ਕਨਸੈਪਟ ਨੂੰ ਰਿਅਲਾਈਜ਼ ਕੀਤਾ ਗਿਆ ਔਰ ਇਸ ਦੇ ਅੰਦਰ ਚੇਂਜਸ ਲੈ ਕੇ ਆਉਂਦੇ ਗਏ। ਸੋ ਕਿਤੇ ਨਾ ਕਿਤੇ ਯੂਥ ਦੀ ਜਿਹੜੀ ਇਸ ਟਾਈਮ ਤੇ ਵੱਡੀ ਪ੍ਰੋਬਲਮ, 6 ਲੱਖ ਯੂਥ ਜਿਵੇਂ ਮੈਂ ਤੁਹਾਨੂੰ ਡਿਸਕਸ ਕੀਤਾ, ਔਰ ਇਸ ਤੋਂ ਕਾਫੀ ਜ਼ਿਆਦਾ ਜਿਹੜੇ ਐਲਕੋਹਲ ਔਰ ਅਦਰ ਬਾਕੀ ਹੋਰ ਨਸ਼ੇ ਲੈ ਰਹੇ ਹੈਗੇ ਆ, ਇਹਨਾਂ ਦਾ ਟ੍ਰੀਟਮੈਂਟ ਦਾ ਇੱਕ ਅੱਛਾ ਪਲਾਨ ਬਣਾਉਣਾ ਪਏਗਾ। ਸੋ ਇਹ ਅਗਰ 5 ਚੀਜ਼ਾਂ ਹੁੰਦੀਆਂ, ਮੇਰੇ ਖਿਆਲ ਨਾਲ ਪੰਜਾਬ ਦਾ ਹੈਪੀਨੈਸ ਇੰਡੈਕਸ ਜਿਹੜਾ ਹੈ
ਉਹ ਕਾਫੀ ਜ਼ਿਆਦਾ ਇੰਪਰੂਵ ਕਰ ਜਾਏਗਾ। ਸੋ ਇਹ ਸਨ ਜਿਹੜੀਆਂ ਸਰਕਾਰ ਨੂੰ ਚੀਜ਼ਾਂ ਨੀਤੀਆਂ ਨੂੰ ਚੇਂਜਸ ਲੈ ਕੇ ਆਉਣੇ ਪੈਣਗੇ। ਬਿਲਕੁਲ ਸਰ, ਤੁਸੀਂ ਬਿਲਕੁਲ ਸਹੀ ਕਿਹਾ। ਥੈਂਕ ਯੂ ਸਰ, ਤੁਸੀਂ ਆਪਣੀ ਕੀਮਤੀ ਟਾਈਮ ਕੱਢ ਕੇ ਤੁਸੀਂ ਸਾਡੇ ਸਾਰਿਆਂ ਨਾਲ ਇੰਨੀ ਜ਼ਿਆਦਾ ਇਨਫੋਰਮੇਸ਼ਨ ਸ਼ੇਅਰ ਕੀਤੀ, ਤੁਸੀਂ ਸਾਰਿਆਂ ਨੂੰ ਇੰਨਾ ਕੁਝ ਸਿਖਾਇਆ। ਥੈਂਕ ਯੂ ਸਰ। ਥੈਂਕ ਯੂ ਮੰਨਤ ਜੀ, ਮੈਨੂੰ ਪ੍ਰੋਗਰਾਮ ਤੇ ਇਨਵਾਈਟ ਕਰਨ ਦੇ ਲਈ। ਮੈਂ ਚਾਹੂੰਗਾ ਕਿ ਜਦੋਂ ਵੀ ਮੇਰੀ ਜ਼ਰੂਰਤ ਪਏਗੀ ਸਟੂਡੀਓ ਨੂੰ, ਮੈਂ ਆਪਣਾ ਟਾਈਮ ਕੱਢ ਕੇ ਹਾਜ਼ਰ ਹੋਊਂਗਾ। ਥੈਂਕ ਯੂ ਸਰ। ਤੁਹਾਡਾ ਸਭ ਦਾ ਵੀ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ। ਜਲਦ ਫਿਰ ਮਿਲਾਂਗੇ।